ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਗੁਰਮਤਿ ਕਲਾਸ ਵਿੱਚ ਹਾਜ਼ਰੀ ਭਰਨ ਵਾਲੇ ਵੀਰਾਂ ਭੈਣਾਂ ਸਭ ਨੂੰ ਜੈ ਨੂੰ ਹਰ ਸੋਮਵਾਰ ਵੀਰ ਅਜੀਤ ਸਿੰਘ ਜੀ ਸਾਡੇ ਨਾਲ ਗੁਰਬਾਣੀ ਦੇ ਵਿੱਚ ਆਏ ਸੰਕੇਤਕ ਸ਼ਬਦਾਂ ਦੀ ਵਿਆਖਿਆ ਸਾਂਝੀ ਕਰਦੇ ਹਨ। ਉਸ ਲੜੀ ਦੇ ਵਿੱਚ ਜੋ ਅਗਲਾ ਭਾਗ ਹੈ ਉਹ ਅੱਜ ਸਾਡੇ ਨਾਲ ਸਾਂਝਾ ਕਰਨਗੇ। ਉਹਨਾਂ ਨੂੰ ਬੇਨਤੀ ਹੈ ਕਿ ਅੱਜ ਦੇ ਵਿਚਾਰ ਆਰੰਭ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਸਵਾਰਿਓ, ਗੁਰਬਾਣੀ ਵਿੱਚ ਆਏ ਹੋਏ ਸੰਕੇਤਕ ਸ਼ਬਦ ਦੀ ਅਸੀਂ ਵਿਚਾਰ ਸ਼ੁਰੂ ਕੀਤੀ ਹੋਈ ਹੈ। ਪਿਛਲੇ ਹਫ਼ਤੇ ਤੱਕ ਅਸੀਂ ਪੱਪਾ ਅੱਖਰ ਦੇ ਪੱਪਾ ਸ਼ਬਦ ਤੋਂ ਜਿਹੜੇ ਸ਼ੁਰੂ ਹੁੰਦੇ ਅੱਖਰ ਹਨ ਉਹਨਾਂ ਦੀ ਵਿਚਾਰ ਸ਼ੁਰੂ ਕੀਤੀ ਸੀ। ਪ੍ਰਲਾਦ ਤੱਕ ਅਸੀਂ ਵਿਚਾਰ ਕੀਤੀ ਹੈ ਪਿਛਲੇ ਹਫ਼ਤੇ। ਉਸ ਤੋਂ ਬਾਅਦ ਲਾਸਟ ਦੇ ਵਿੱਚ ਅਸੀਂ ਇੱਕ ਸ਼ਬਦ ਹੋਰ ਲਿਆ ਸੀ ਜਿਹੜਾ ਪ੍ਰਤੀਕ ਸੀ, ਤੋਂ ਪ੍ਰਤੀਕ ਦੇ ਉੱਤੇ ਆ ਕੇ ਸਮਾਪਤੀ ਕਰ ਦਿੱਤੀ ਸੀ। ਅੱਜ ਅਸੀਂ ਅੱਗੇ ਵਿਚਾਰ ਸ਼ੁਰੂ ਕਰਦੇ ਹਾਂ। ਪ੍ਰਭਾਤੀ ਤੋਂ ਅੱਜ ਦੀ ਵਿਚਾਰ ਆਰੰਭ ਹੋਏਗੀ। ਪ੍ਰਭਾਤੀ ਭੈਰਵ ਠਾਠ ਦਾ ਇੱਕ ਸੰਪੂਰਨ ਰਾਗ ਹੈ ਜਿਸ ਦਾ ਮਾਵਾਦੀ ਤੇ ਸਾ ਸੰਵਾਦੀ ਹੁੰਦਾ ਹੈ। ਇਸ ਨੂੰ ਸਾ ਗਾ ਮਾ ਪਾ ਨੀ ਸ਼ੁੱਧ ਤੇ ਰੇ ਤੇ ਧਾ ਕੋਮਲ ਲੱਗਦੇ ਹਨ। ਜਿਹੜੇ ਪ੍ਰਾਚੀਨ ਸੰਗੀਤਕਾਰ ਹੋਏ ਨੇ ਉਹ ਇਹਨੂੰ ਆਸਾ ਤੇ ਭੈਰੋਂ ਦੇ ਮੇਲ ਤੋਂ ਬਣਿਆ ਵੀ ਕਹਿੰਦੇ ਨੇ, ਕਿ ਇਹਨੂੰ ਹੰਡੋਲ ਦਾ ਪੁੱਤਰ ਵੀ ਆਖਦੇ ਨੇ। ਤੋਂ ਇਸ ਰਾਗ ਨੂੰ ਗਾਉਣ ਦਾ ਸਮਾਂ ਸਵੇਰ ਦਾ ਹੈ ਤੇ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 30ਵਾਂ ਰਾਗ ਹੈ ਪ੍ਰਭਾਤੀ। ਕਈ ਥਾਂ ਦੇ ਨੂੰ ਵਿਭਾਸ ਵੀ ਨਾਲ ਵਿਭਾਸ ਪ੍ਰਭਾਤੀ ਲਿਖ ਕੇ ਭਾਵ ਵਿਭਾਸ ਦੇ ਨਾਲ ਮਿਲਾ ਕੇ ਗਾਉਣ ਦਾ ਸੰਕੇਤ ਵੀ ਦਿੱਤਾ ਗਿਆ ਹੈ। ਵਿਭਾਸ ਵੀ ਜਿਹੜਾ ਉਹ ਵੀ ਭੈਰਵ ਠਾਠ ਦਾ ਔੜਵ ਰਾਗ ਹੈ ਜਿਸ ਵਿੱਚ ਧਾ ਬਾਦੀ ਤੇ ਗਾ ਸੰਵਾਦੀ ਹੁੰਦਾ ਹੈ। ਮਾਂ ਤੇ ਨੀ ਉਹਦੇ ਵਿੱਚ ਨਹੀਂ ਲਾਏ ਜਾਂਦੇ। ਇੱਕ ਰਾਗ ਦਾ ਜਾਣਕਾਰੀ ਹੈ ਸੰਖੇਪ ਜੀ, ਬਹੁਤੀ ਜਿੰਨੀ ਕੁ ਜਾਣਕਾਰੀ ਮੇਰੇ ਕੋਲ ਹੈ ਮੈਂ ਉਨੀ ਕੀ ਆਪ ਜੀ ਨਾਲ ਸਾਂਝੀ ਕਰ ਸਕਦਾ, ਕਿਉਂਕਿ ਰਾਗਾਂ ਦੇ ਵਿਦਿਆ ਦਾ ਮੈਨੂੰ ਗਿਆਨ ਨਹੀਂ ਹੈ। ਭਗਤ ਪਰਮਾਨੰਦ ਜੀ ਦਾ ਜੀਵਨ ਬਾਰੇ ਵੀ ਇਹ ਦਿੱਤਾ ਗਿਆ ਹੈ। ਇਹਦੀ ਵਿਚਾਰ ਅਸੀਂ ਵੱਖਰੇ ਕਰਾਂਗੇ ਜਦੋਂ ਭਗਤਾਂ ਦੀ ਜੀਵਨੀ ਵਿੱਚ ਵਿਚਾਰ ਕਰਾਂਗੇ। ਤਾਂ ਭਗਤ ਪਰਮਾਨੰਦ ਜੀ ਦੀ ਜੀਵਨੀ ਅਸੀਂ ਵੱਖਰੇ ਤੌਰ ਤੇ ਕਰਾਂਗੇ ਜਿਨ੍ਹਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਹੈ। ਅੱਜ ਅੱਗੇ ਚੱਲਦੇ ਹਾਂ ਪ੍ਰੀਖਿਅਤ ਜਾਂ ਪਰੀਖਸ਼ਤ। ਔਰ ਜਿਹਦਾ ਅਗਲਾ ਲਫ਼ਜ਼ ਜਿਹੜਾ ਗੁਰਬਾਣੀ ਵਿੱਚ ਆਇਆ ਪ੍ਰੀਖਿਤ ਲਫ਼ਜ਼ ਕਰਕੇ ਆਇਆ, ਭੱਟਾਂ ਨੇ ਕਲਸ ਭੱਟ ਨੇ ਜਿਹੜਾ ਸੀ ਉਹਨੂੰ ਵਰਤਿਆ, ਜਾਂ ਭੱਟ ਕਲ ਅਸੀਂ ਕਹਿ ਦਿੰਦੇ ਹਾਂ, ਉਹਨਾਂ ਨੇ ਇਸਤੇਮਾਲ ਕੀਤਾ। ਇਹ ਚੰਦਰਬੰਸੀ ਰਾਜਾ ਜਿਹੜਾ ਪ੍ਰੀਖਿਅਤ ਹੈ ਇਹ ਅਰਜਨ ਦਾ ਪੋਤਰਾ ਸੀ, ਅਭਿਮਨੂ ਦਾ ਪੁੱਤਰ, ਤੇ ਮਾਤਾ ਉੱਤਰਾ ਦੀ ਕੁੱਖ ਦੇ ਵਿੱਚੋਂ ਜਨਮ ਲੈਂਦਾ। ਤੇ ਇਹ ਜਨਮੇਜੇ ਦਾ ਪਿਤਾ ਸੀ ਪ੍ਰੀਖਿਅਤ। ਜਨਮੇਜੇ ਦਾ ਜ਼ਿਕਰ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਹੈ। ਖਿਆਲ ਇਹ ਕੀਤਾ ਜਾਂਦਾ ਹੈ ਕਿ ਜਦੋਂ ਇਹ ਪ੍ਰੀਖਿਅਤ ਹਾਲੇ ਮਾਂ ਦੇ ਪੇਟ ਵਿੱਚ ਹੀ ਸੀ ਤਾਂ ਅਸ਼ਵਥਾਮਾ ਨੇ ਇਹਨੂੰ ਸ਼ਰਾਪ ਦੇ ਕੇ ਅੰਦਰ ਮਾਰ ਦਿੱਤਾ, ਮਾਂ ਦੇ ਪੇਟ 'ਚ ਹੀ ਮਾਰ ਦਿੱਤਾ। ਕਹਾਣੀਆਂ ਹਨ, ਸੱਚਾਈ ਕੀ ਹੈ ਇਹਦੇ ਬਾਰੇ ਉਹੀ ਜਾਣਦੇ ਨੇ ਜਿਨ੍ਹਾਂ ਨੇ ਕਹਾਣੀਆਂ ਲਿਖੀਆਂ। ਮੈਂ ਸਿਰਫ ਸੰਕੇਤਕ ਸ਼ਬਦਾਵਲੀ ਦੀ ਗੱਲ ਆਪ ਜੀ ਨਾਲ ਕਰ ਰਿਹਾ।
ਵੀ ਇਹ ਜੇ ਲਫ਼ਜ਼ ਆਏ ਕਿੱਥੋਂ ਆਏ, ਕਿਵੇਂ ਆਏ, ਇਹਨਾਂ ਦਾ ਬੇਸ ਕੀ ਹੈ, ਕਿਉਂ ਇਹ ਵਰਤੇ ਗਏ, ਉਹਨਾਂ ਦਾ ਜ਼ਿਕਰ ਅਸੀਂ ਤਾਂ ਸਮਝੇ ਥੋੜਾ ਬਹੁਤਾ ਸਮਝ ਹੋਏਗੀ ਤਾਂ। ਕਹਿੰਦੇ ਨੇ ਅਸ਼ਵਥਾਮਾ ਨੇ ਇਹਨੂੰ ਸ਼ਰਾਪ ਦੇ ਕੇ ਗਰਭ ਦੇ ਵਿੱਚ ਹੀ, ਮਾਂ ਦੇ ਪੇਟ ਦੇ ਵਿੱਚ ਹੀ ਮਾਰ ਦਿੱਤਾ, ਲੇਕਿਨ ਕ੍ਰਿਸ਼ਨ ਜੀ ਨੇ ਇਹਦੀ ਰੱਖਿਆ ਕਰ ਲਈ, ਬਚਾ ਲਿਆ। ਭਾਗਵਤ ਅਨੁਸਾਰ ਗਰਭ ਕਾਲ ਵਿੱਚ ਹੀ ਆਪਦੇ ਰੱਖਿਅਕ ਵਿਸ਼ਨੂੰ ਨੂੰ ਭਾਲਣ ਕਰਕੇ ਇਹਦਾ ਨਾਮ ਪ੍ਰੀਖਿਤ ਪੈ ਗਿਆ। ਮਹਾਭਾਰਤ ਦੇ ਮੁਤਾਬਕ ਕੌਰਵ ਵੰਸ਼ ਤੇ ਪ੍ਰੀਖਿਤ ਹੋਣ ਦੇ ਉਸਦਾ ਜਨਮ ਹੋਣ ਕਾਰਨ ਇਹਦਾ ਨਾਮ ਪ੍ਰੀਖਿਤ ਹੋਇਆ। ਯੁਧਿਸ਼ਠਿਰ ਦੇ ਪਿੱਛੋਂ ਇਸਨੇ ਹਸਤਨਾਪੁਰ ਦੀ ਰਾਜਗੱਦੀ ਨੂੰ ਵੀ ਸੰਭਾਲਿਆ, ਜੋ ਮੰਨਿਆ ਜਾਂਦਾ ਹੈ, ਚਲੀਆਂ ਪ੍ਰਚਲਿਤ ਕਹਾਣੀਆਂ ਹਨ ਉਹਦੇ ਮੁਤਾਬਕ। ਇੱਕ ਵਾਰ ਇਹ ਰਾਜਾ ਪ੍ਰੀਖਿਤ ਜੰਗਲ 'ਚ ਸ਼ਿਕਾਰ ਖੇਡਣ ਲਈ ਜਾਂਦਾ ਹੈ। ਬੜੀ ਪਿਆਸ ਲੱਗਦੀ ਹੈ ਤਾਂ ਪਾਣੀ ਨੂੰ ਲੱਭਣ ਦੇ ਲਈ ਉਹ ਇੱਕ ਸਮੀਕ ਨਾਮ ਦਾ ਰਿਖੀ ਹੈ, ਉਹਦੀ ਕੁਟੀਆ ਦੇ ਕੋਲ ਚਲਾ ਜਾਂਦਾ, ਪਾਣੀ ਮੰਗਦਾ। ਪਰ ਰਿਸ਼ੀ ਦੀ ਇੱਕ ਸਮਾਧੀ ਲੱਗੀ ਹੁੰਦੀ ਹੈ, ਰਿਸ਼ੀ ਨੂੰ ਇਹ ਗੱਲ ਦਾ ਪਤਾ ਨਹੀਂ ਲੱਗਾ ਕਿ ਕੋਈ ਮੇਰੇ ਕੋਲ ਆਇਆ ਕਿ ਨਹੀਂ ਆਇਆ। ਗੁੱਸੇ 'ਚ ਆ ਕੇ ਪ੍ਰੀਖਿਤ ਨੇ ਉਹਦੇ ਗਲ ਦੇ ਵਿੱਚ ਮਰਿਆ ਹੋਇਆ ਸੱਪ ਪਾ ਦਿੱਤਾ। ਜਦੋਂ ਰਿਖੀ ਦਾ ਪੁੱਤਰ ਸਿੰਘੀ ਆਇਆ ਤਾਂ ਉਹਨੇ ਇਹ ਗੱਲ ਦੇਖ ਕੇ ਪ੍ਰੀਖਿਤ ਨੂੰ ਹਫ਼ਤੇ ਦੇ ਅੰਦਰ ਸੱਪ ਲੜ ਕੇ ਜਾਂ ਤਸ਼ਕ ਨਾਮ ਦਾ ਇੱਕ ਨਾਗ ਹੈ, ਲੜ ਕੇ ਮਰ ਜਾਂਦਾ, ਸ਼ਰਾਪ ਦੇ ਦਿੱਤਾ। ਬਸ ਇਹ ਸਾਰੀ ਫਿਲਾਸਫੀ ਵਾਰ ਸ਼ਰਾਪਾਂ ਤੇ ਖੜੀ ਹੈ, ਕਦੀ ਦੇ ਦਿੱਤਾ, ਕਦੀ ਹਟਾ ਦਿੱਤਾ, ਕਦੀ ਦੇ ਦਿੱਤਾ, ਕਦੀ ਹਟਾ ਦਿੱਤਾ। ਪ੍ਰੀਖਿਤ ਨੇ ਬਚਣ ਲਈ ਕਈ ਉਪਰਾਲੇ ਸ਼ੁਰੂ ਕਰ ਦਿੱਤੇ ਤੇ ਕਈ ਸੁਰੱਖਿਅਤ ਥਾਵਾਂ ਜਿਹੜੀਆਂ ਸੀ ਉਹ ਲੱਭਣ ਲੱਗ ਪਿਆ, ਉਹਨੇ ਬਣਵਾ ਲਈਆਂ। ਪਰ 7ਵੇਂ ਦਿਨ ਤਸ਼ਕ ਨੇ ਉਹਨੂੰ ਫੁੱਲਾਂ ਵਿੱਚ ਦਾਖਲ ਹੋ ਕੇ ਡੰਗ ਦਿੱਤਾ ਤੇ 96 ਸਾਲ ਦੀ ਉਮਰ 'ਚ ਉਹਦੀ ਮੌਤ ਹੋ ਗਈ। ਜਿਹੜਾ ਕਲਸ ਭੱਟ ਸੁਖਦੇਵ ਪ੍ਰੀਖਿਤ ਗੁਣ ਗਰਵੈ, ਗੌਤਮ ਰਿਖ ਜਸ ਗਾਇਓ, ਕਬ ਕਲ ਸੁਜਸ ਨਾਨਕ ਗੁਰ, ਨਿਤ ਨਵਤਨ ਜਗ ਛਾਇਓ। ਇਸ ਹੋਈਏ ਮਹਲੇ ਪਹਿਲੇ ਕੇ ਵਿੱਚ 1390 ਅੰਕ ਦੇ ਉੱਤੇ ਇਹ ਬਚਨ ਜਿਹੜੇ ਲਿਖੇ ਹੋਏ ਮਿਲਦੇ ਹਨ। ਇਹ ਮਸਲਾ ਸਿਰਫ ਇੰਨਾ ਕਹਿਣ ਦਾ ਮਤਲਬ ਹੈ ਵੀ ਜਿਹੜੇ ਆਪਣੇ ਆਪ ਨੂੰ ਰਿਖੀ ਵੀ ਕਹਾਉਂਦੇ ਸਨ, ਜਿਹੜੇ ਆਪਣੇ ਆਪ ਨੂੰ ਬੰਨੇ ਬੰਨੇ ਰਾਜੇ ਵੀ ਕਹਾਉਂਦੇ ਸਨ, ਜਿਹੜੇ ਬਲ ਵਾਲੇ ਤਾਕਤ ਵਾਲੇ ਵੀ ਕਹਾਉਂਦੇ ਸਨ, ਉਸ ਵੇਲੇ ਦੇ ਵੀ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਤੇਰੇ ਗੁਣਾਂ ਤੋਂ ਵੀ ਗਾਉਂਦੇ ਨੇ, ਭਾਵ ਤੇਰੀ ਪਦਵੀ ਬਹੁਤ ਵੱਡੀ ਹੈ। ਜਿਹੜੇ ਭੱਟਾਂ ਨੇ ਇਸਤੇਮਾਲ ਕੀਤਾ, ਉਹਦੇ ਗੁਰੂ ਨਾਨਕ ਸਾਹਿਬ ਦੀ ਵਡਿਆਈ ਨੂੰ ਦੱਸਿਆ, ਗੁਰੂ ਨਾਨਕ ਸਾਹਿਬ ਜੀ ਦੀ ਉੱਚਤਾ ਨੂੰ ਦੱਸਿਆ, ਉਹਨਾਂ ਦੇ ਸ਼ਬਦ ਇਸ ਵਾਸਤੇ ਇਸਤੇਮਾਲ ਕੀਤੇ ਹਨ। ਅਗਲਾ ਲਫ਼ਜ਼ ਆਉਂਦਾ ਹੈ ਪਰੂਰੋ। ਪਰੂਰੋ ਕੌਣ ਹੈ, ਇਹ ਕੀ ਚੀਜ਼ ਹੈ? ਇਹ ਚੰਦਰਵੰਸ਼ੀ ਰਾਜਾ ਪਰੂਰਵਸ ਸੀ, ਜੋ ਕਿ ਚੰਦਰਮਾ ਦੇ ਸਪੁੱਤਰ ਸੁਧ ਤੇ ਮਨੂ ਦੀ ਧੀ ਇਲਾ ਦਾ ਬੇਟਾ ਸੀ। ਇਹਦੀ ਰਾਜਧਾਨੀ ਪ੍ਰਯਾਗ ਦੇ ਨੇੜੇ ਪ੍ਰਤਿਸ਼ਠਾਠ ਸੀ। ਪਰੂਰਵਾ ਦੇ 6 ਪੁੱਤਰ ਸਨ, ਜਿਨ੍ਹਾਂ ਵਿੱਚੋਂ ਆਜੂ ਤੇ ਅਮਾਵਸੂ ਬਹੁਤ ਜ਼ਿਆਦਾ ਪ੍ਰਸਿੱਧ ਹੋਏ। ਆਜੂ ਪ੍ਰਤਿਸ਼ਠਾਠ ਦਾ ਰਾਜਾ ਬਣਿਆ ਤੇ ਅਮਾਵਸੂ ਨੇ ਕਾਨਕੁਬਜ਼ ਦੇ ਵਿੱਚ ਇੱਕ ਨਵਾਂ ਰਾਜ ਦੀ ਨੀਂਹ ਰੱਖੀ ਸੀ। ਇਸੇ ਕੁਲ ਵਿੱਚੋਂ ਰਾਜਾ ਜਹਾਨੂ ਵੀ ਹੋਇਆ, ਜਿਸਨੇ ਗੰਗਾ ਲਿਆਂਦੀ ਤੇ ਜਿਹਦਾ ਨਾਮ ਜਹਾਨ ਵੀ ਪੈ ਗਿਆ। ਜਾਤੀ ਵਰਗੇ ਚੱਕਰਵਰਤੀ ਰਾਜੇ ਤੇ ਵਿਸ਼ਵਾਮਿਤਰ ਵਰਗੇ ਰਿਸ਼ੀ ਇਸੇ ਖਾਨਦਾਨ ਦੇ ਵਿੱਚ ਪੈਦਾ ਹੋਏ ਦੱਸੇ ਜਾਂਦੇ ਹਨ। ਤਸਵੀਰ ਮਹਲੇ ਪਹਿਲੇ ਕੇ ਦੇ ਵਿੱਚ ਭੱਟ ਕਲਸਹਾਰ ਭੱਟ ਕਲ ਜੀ ਲਿਖਦੇ ਹਨ, ਦੁਰਵਾ ਪ੍ਰੇਰੂ ਅੰਗਰੈ ਗੁਰੂ ਨਾਨਕ ਜਸ ਗਾਇਓ, ਕਬ ਕਲ ਸੁਜਾਸ ਨਾਨਕ ਗੁਰ, ਘਟ ਘਟ ਸਹਿ ਸਮਾਇਓ। ਭਾਵ ਇਹੋ ਜਿਹੇ ਵੱਡੇ ਵੱਡੇ ਰਾਜੇ ਵੀ ਤੇਰੇ ਗੁਣ ਨੂੰ ਗਾਉਂਦੇ ਹਨ। ਪੜਤਾਲ। ਪੜਤਾਲ ਦਾ ਅਰਥ ਹੈ ਤਾਲ ਦੀ ਚਤੁਰਾਈ। ਪੜਤਾਲ ਕਿਸੇ ਇੱਕ ਰੀਤ ਵਿੱਚ ਤਾਲ ਨੂੰ ਬਦਲ ਕੇ ਗਾਉਣਾ ਪੜਤਾਲ ਹੈ।
ਇਹ ਗਾਉਣ ਕਲਾ ਦਾ ਇੱਕ ਬੜਾ ਹੀ ਔਖੀ ਖੇਡ ਹੈ ਜਾਂ ਚਮਤਕਾਰੀ ਖੇਡ ਹੈ ਕਿ ਸਥਾਈ ਤੌਰ ਤਾਲ ਵਿੱਚ ਤੇ ਅੰਤਰਾ ਹੋਰ ਤਾਲ ਵਿੱਚ ਗਾਇਆ ਜਾਂਦਾ ਹੈ। ਸਥਾਈ ਹੋਰ ਤਾਲ ਵਿੱਚ ਗਾਈ ਜਾਂਦੀ ਹੈ, ਅੰਤਰਾ ਹੋਰ ਤਾਲ ਵਿੱਚ ਗਾਇਆ ਜਾਂਦਾ ਹੈ। ਆਮ ਤੌਰ ਤੇ ਇਹ ਜਿਹੜੀ ਇਹਨੂੰ ਗਾਉਣ ਦੀ ਕਾਰਾਗਰੀ ਕਹਾਂ, ਇਹ 4 ਤਾਲ ਜਾਂ 5 ਤਾਲ ਦੇ ਵਿੱਚ ਗਾਉਂਦਿਆਂ ਗਾਉਂਦਿਆਂ ਨਜ਼ਰ ਆਉਂਦੀ ਹੈ ਪੜਤਾਲ। ਇਸ ਕਰਕੇ ਕਈ ਇਸ ਨੂੰ 4 ਤਾਲ ਦਾ ਇੱਕ ਭੇਦ ਮੰਨਦੇ ਨੇ ਤੇ ਕਈ ਇਹਨੂੰ 5 ਤਾਲ ਦਾ ਭੇਦ ਮੰਨਦੇ ਹਨ। ਕੁਝ ਵੀ ਹੋਵੇ, ਰਾਗ ਦੀ ਕਲਾ ਹੈ, ਇਹਨੂੰ ਗਾਉਣ ਦੀ ਕਲਾ ਹੈ ਪੜਤਾਲ ਨੂੰ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਸਾ ਰਾਗ ਦੇ ਵਿੱਚ, ਬਿਲਾਵਲ ਦੇ ਵਿੱਚ, ਨਟ ਰਾਗ ਵਿੱਚ, ਕਾਂਗੜਾ ਰਾਗ ਵਿੱਚ ਇਹ ਕਈ ਪੜਤਾਲ ਸਿਰਲੇਖ ਲਿਖੇ ਹੋਏ ਮਿਲਦੇ ਹਨ। ਕਈ ਸ਼ਬਦ ਇਹਨਾਂ ਦੇ ਮੌਜੂਦ ਹਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਜੋ ਤਾਲ ਬਦਲ ਕੇ ਹੀ ਗਾਏ ਜਾਂਦੇ ਹਨ। ਜੋ ਤਾਲ ਬਦਲ ਕੇ ਸ਼ਬਦ ਜਿਹੜੇ ਹੈ ਗਾਏ ਜਾਂਦੇ ਹਨ। ਇਹਨਾਂ ਦੀ ਜਿਹੜੀ ਬੰਦਿਸ਼ ਵੀ ਹੈ ਉਹ ਆਮ ਗੀਤਾਂ ਜਾਂ ਸ਼ਬਦਾਂ ਨਾਲੋਂ ਉਹਨਾਂ ਦਾ ਫਰਕ ਹੁੰਦਾ ਹੈ। ਇਹਨਾਂ ਦੀ ਬੰਦਿਸ਼ ਦਾ ਵੀ ਆਮ ਗੀਤਾਂ ਜਾਂ ਸ਼ਬਦਾਂ ਨਾਲੋਂ ਫਰਕ ਹੁੰਦਾ ਹੈ। ਤੋ ਇਹ ਪੜਤਾਲ ਔਖੀ ਹੈ ਗਾਉਣੀ। ਆਮ ਕੀਰਤਨੀਏ ਪੜਤਾਲ ਵਿੱਚ ਸ਼ਬਦ ਗਾਇਨ ਨਹੀਂ ਕਰਦੇ। ਪੜਤਾਲ ਸਿਰਲੇਖ ਹੋਣ ਦੇ ਬਾਵਜੂਦ ਵੀ ਸਿੱਧੇ ਸਾਧੀਆਂ ਟਿਊਨਾਂ ਜੀਆਂ ਲਾ ਕੇ ਉਹਨੂੰ ਪੜ੍ਹਨ ਦਾ ਯਤਨ ਕਰਦੇ ਹਨ, ਜਿਹਦੇ ਵਿੱਚ ਸ਼ਬਦ ਦਾ ਆਨੰਦ ਜਿਹੜਾ ਹੈ ਉਹ ਨਹੀਂ ਬਣਦਾ। ਕੁਝ ਕੀਰਤਨੀਆਂ ਨੇ ਪੜਤਾਲ ਵਿੱਚ ਜਦੋਂ ਸ਼ਬਦ ਗਾਏ ਹਨ, ਉਹਦਾ ਰਸ ਹੀ ਅਲੱਗ ਹੈ, ਉਹਦਾ ਆਨੰਦ ਵੀ ਅਲੱਗ ਹੈ। ਤਾਂ ਪੜਤਾਲ ਦਾ ਤਾਲ ਦਾ ਵਖਰੇਵਾ ਹੈ। ਵੱਖਰੇ ਵੱਖਰੇ ਤਾਲਾਂ ਦੇ ਵਿੱਚ ਇਹਨੂੰ ਗਾਉਣਾ, ਉਹਨੂੰ ਪੜਤਾਲ ਕਿਹਾ ਜਾਂਦਾ। ਪਖੰਡੀ ਸ਼ਬਦ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਇਸਤੇਮਾਲ ਕੀਤਾ ਗਿਆ। ਸੰਸਕ੍ਰਿਤ ਦੇ ਵਿੱਚ ਸ਼ਬਦ ਹੈ ਪਾਛੰਡੀ। ਇਹ ਪੁਰਾਣੀ ਇੱਕ ਧਾਰਮਿਕ ਸੰਪਰਦਾ ਦਾ ਵਾਚਕ ਹੈ ਸ਼ਬਦ ਪਾਛੰਡੀ। ਇਹ ਪਛੰਡੀ ਲੋਕ ਜਿਹੜੇ ਸਨ, ਇਹ ਵੇਦਾਂ ਨੂੰ ਨਹੀਂ ਸੀ ਮੰਨਦੇ ਤੇ ਆਪਣਾ ਜਤ ਸਤ ਰਾਹੀਂ ਉੱਚੇ ਕਿਰਦਾਰ, ਉੱਚੇ ਆਚਾਰ ਦੀ ਪਾਲਣਾ ਕਰਦੇ ਸੀ। ਕਿਰਦਾਰ ਆਪਣੇ ਨੂੰ ਉੱਚਾ ਮੰਨਦੇ ਸੀ। ਇਹ ਜਿਹੜੇ ਲੋਕ ਸਨ, ਜਿਹੜੇ ਪਛੰਡੀ ਦੀ ਗੱਲ ਕਰ ਰਿਹਾ। ਬ੍ਰਾਹਮਣ ਜਿਹੜੇ ਲੋਕ ਸੀ, ਕਿਉਂਕਿ ਉਹ ਧਰਮ ਦਾ ਆਗੂ ਸੀ, ਆਪਣੇ ਆਪ ਨੂੰ ਮੰਨਦਾ, ਇਹਨਾਂ ਨੂੰ ਵੇਦ ਵਿਰੋਧੀ ਸਮਝ ਕੇ ਕਦੀ ਵੀ ਸਤਿਕਾਰ ਦੇ ਦ੍ਰਿਸ਼ ਨਾਲ ਨਹੀਂ ਸੀ ਵੇਖਦਾ। ਇਹਨਾਂ ਨੂੰ ਵੇਦਾਂ ਦਾ ਵਿਰੋਧੀ ਕਹਿੰਦਾ ਸੀ। ਇਸ ਕਰਕੇ ਇਹਨਾਂ ਨੂੰ ਬਨੌਟੀ ਜਾਂ ਨਕਲੀ ਧਰਮੀ ਵੀ ਉਹਨਾਂ ਨੇ ਪਦਵੀ ਦੇ ਦਿੱਤੀ, ਡਿਗਰੀ ਦੇ ਦਿੱਤੀ। ਉਹ ਦੇਖੇ ਨੇ, ਪਖੰਡੀ ਨੇ, ਇਹ ਨਕਲੀ ਨੇ, ਇਹ ਧਰਮ ਦੇ ਨਾਂ ਤੇ ਸਭ ਕੁਝ ਕਰ ਰਹੇ ਆ, ਇਸ ਤਰ੍ਹਾਂ ਦੀਆਂ ਗੱਲਾਂ ਵਰਤੀਆਂ ਜਾਂਦੀਆਂ ਸੀ। ਤੋ ਇਹ ਜਦੋਂ ਉਹਨਾਂ ਨੇ ਇਹਨੂੰ ਪਖੰਡੀ ਲਫ਼ਜ਼ ਵਰਤਿਆ ਤਾਂ ਇਹ ਅਰਥ ਜਿਹੜੇ ਸੀ ਬਾਅਦ ਵਿੱਚ ਜਾ ਕੇ ਸ਼ਬਦ ਦੇ ਅਰਥ ਇਹ ਪ੍ਰਵਾਨ ਹੋ ਗਏ ਤੇ ਸੰਪਰਦਾ ਦਾ ਅਸਲ ਕਰਮ ਧਰਮ ਜਿਹੜਾ ਸੀ ਉਹ ਲੁਕੀ ਗਿਆ। ਜੋ ਉਹਨਾਂ ਦੀ ਸੰਪਰਦਾ ਸੀ ਖਤਮ ਹੀ ਹੋ ਗਈ। ਤਾਂ ਗੁਰੂ ਨਾਨਕ ਪਾਤਸ਼ਾਹ ਨੇ ਰਾਮਕਲੀ ਰਾਗ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਕ 952 ਦੇ ਉੱਤੇ ਅਸਲ ਵਿੱਚ ਚੰਗੇ ਗ੍ਰਸਤੀ ਦੇ, ਚੰਗੇ ਅਵਧੂਤੀ ਦੇ, ਚੰਗੇ ਵਿਰਾਗੀ ਦੇ ਗੁਣ ਦੱਸੇ ਹਨ ਜਾਂ ਲੱਛਣ ਦੱਸੇ ਹਨ। ਉੱਥੇ ਨਾਲ ਹੀ ਉਹਨਾਂ ਨੇ ਪਖੰਡੀਆਂ ਦੀ ਗੱਲ ਵੀ ਕੀਤੀ ਹੈ। ਸੋ ਪਖੰਡੀ ਜੇ ਕਾਇਆ ਪਖਾਲੇ, ਪਖੰਡੀ ਦੀ ਗੱਲ ਕੀਤੀ ਕਿ ਪਖੰਡੀ ਇਹਨਾਂ ਨੂੰ ਕਿਹਾ ਜਾਂਦਾ ਸੀ ਜਿਹੜੇ ਪਛੰਡੀ ਦੇ ਸੀ। ਪਰ ਗੁਰੂ ਸਾਹਿਬ ਕਹਿਣ ਲੱਗੇ ਨਹੀਂ, ਇਕੱਲੇ ਉਹ ਨਹੀਂ ਪਖੰਡੀ। ਕਾਇਆ ਕੀ ਅਗਨ ਬ੍ਰਹਮ ਪਰ ਜਾਲੇ, ਸੁਪਨੇ ਬਿੰਦ ਨ ਦੇਈ ਝਰਨਾ, ਤਿਸ ਪਖੰਡੀ ਜਰਾ ਨਾ ਮਰਨਾ। ਗੁਰੂ ਸਾਹਿਬ ਦੇ ਅਸਲੀ ਪਖੰਡੀ ਦੀ ਗੱਲ ਵੀ ਕੀਤੀ ਤੇ ਉਹਨਾਂ ਦੇ ਨਕਲੀ ਕਰਮਕਾਂਡੀ ਪਖੰਡੀਆਂ ਦੀ ਗੱਲ ਵੀ ਕੀਤੀ, ਜੋ ਧਰਮ ਦੇ ਨਾਂ ਦੇ ਉੱਤੇ ਪਖੰਡ ਕਰਦੇ ਆ। ਗੁਰੂ ਸਾਹਿਬ ਜੀ ਨੇ ਇਸ ਸ਼ਬਦ ਨੂੰ ਇਸਤੇਮਾਲ ਕੀਤਾ ਗੁਰਬਾਣੀ ਦੇ ਵਿੱਚ। ਇਸੇ ਵਾਸਤੇ ਹੀ ਸੰਕੇਤਕ ਸ਼ਬਦਾਂ ਦੇ ਵਿੱਚ ਇਹਦੀ ਵਿਚਾਰ ਆਪਾਂ ਕਰਦੇ ਹਾਂ। ਇਸ ਤੋਂ ਅੱਗੇ ਆਪਾਂ ਚੱਲੀਏ, ਪਾਂਡਵਾਂ ਦੀ ਗੱਲ ਕਰਦੇ ਹਾਂ। ਪਾਂਡਵ ਦਾ ਜ਼ਿਕਰ ਵੀ ਗੁਰਬਾਣੀ ਦੇ ਵਿੱਚ ਆਉਂਦਾ ਹੈ।
ਰੋਵੇਂ ਪਾਂਡਵ ਭਏ ਮਜੂਰ ਜਿਨਕੇ ਸੁਆਮੀ ਰਹਿਤ ਹਦੂਰ। ਰਾਮਕਲੀ ਕੀ ਵਾਰ ਦੇ ਵਿੱਚ ਇਹ ਜ਼ਿਕਰ ਜਿਹੜਾ ਆਉਂਦਾ ਹੈ, ਇਹ ਕੀ ਬਲਾ ਸੀ, ਕੀ ਸੀ, ਇਹਨੂੰ ਥੋੜਾ ਜਿਹਾ ਆਪਾਂ ਵਿਚਾਰ ਕਰ ਲੈਂਦੇ ਹਾਂ। ਚੰਦਰਵੰਸ਼ੀ ਰਾਜਾ ਸ਼ਾਂਤਨੂ ਦਾ ਪੁੱਤਰ ਵਿਚਿੱਤਰ ਵੀਰ ਜਵਾਨੀ 'ਚ ਮਰ ਗਿਆ ਤੇ ਉਸ ਦੀਆਂ ਦੋ ਪਤਨੀਆਂ ਅੰਬਿਕਾ ਤੇ ਅੰਬਾਲਿਕਾ ਤੋਂ ਵਿਆਸ ਦੇ ਸੰਜੋਗ ਦੇ ਨਾਲ ਧ੍ਰਿਤਰਾਸ਼ਟਰ ਤੇ ਪਾਂਡੂ ਦੋ ਪੁੱਤਰ ਪੈਦਾ ਹੁੰਦੇ ਹਨ। ਧ੍ਰਿਤਰਾਸ਼ਟਰ ਤੇ ਪਾਂਡੂ ਜਿਹੜੇ ਹਨ, ਇਹ ਦੋ ਪੁੱਤਰ ਪੈਦਾ ਹੁੰਦੇ ਹਨ। ਜਿਹੜੀ ਧ੍ਰਿਤਰਾਸ਼ਟਰ ਦੀ ਔਲਾਦ ਸੀ ਉਹ ਕੌਰਵ ਕਹਾਉਂਦੀ ਹੈ, ਤੇ ਜਿਹੜੀ ਪਾਂਡੂ ਦੀਆਂ ਇਸਤਰੀਆਂ ਕੁੰਤੀ ਤੇ ਮਾਦਰੀ ਤੋਂ ਪੰਜ ਜਿਹੜੇ ਪਾਂਡਵ ਪੈਦਾ ਹੋਏ, ਯੁਧਿਸ਼ਠਰ, ਭੀਮਸੈਨ, ਅਰਜਨ, ਨਕੁਲ ਤੇ ਸਹਿਦੇਵ, ਇਹ ਪਾਂਡਵ ਕਹਾਉਂਦੇ ਨੇ। ਕੌਰਵਾਂ ਦੀ ਰਾਜਧਾਨੀ ਹਸਤਨਾਪੁਰ ਸੀ ਤੇ ਪਾਂਡਵਾਂ ਦੀ ਇੰਦਰਪ੍ਰਸਥ ਸੀਗਾ। ਈਰਖਾ ਦਵੈਕ ਨੇ ਦੋਹਾਂ ਨੂੰ ਆਪਸ ਚ ਵਿਰੋਧੀ ਬਣਾ ਦਿੱਤਾ, ਆਪਸ ਚ ਦਿਖੇੜ ਦਿੱਤਾ, ਵੰਡੀਆਂ ਪਾ ਦਿੱਤੀਆਂ। ਦੁਰਯੋਧਨ ਦੇ ਹੰਕਾਰੀ ਜਿਹੜਾ ਸੁਭਾਅ ਸੀ, ਹੰਕਾਰੀ ਰਵੱਈਏ ਦੇ ਕਰਕੇ ਇਹਨਾਂ ਦੀ ਆਪਸ ਵਿੱਚ ਬਹੁਤ ਸਾਰੀ ਅਣਬਣ ਹੋ ਗਈ। ਫਿਰ ਇਹਨਾਂ ਦੋਨਾਂ ਨੇ ਜੂਆ ਖੇਲਿਆ ਤੇ ਜੂਏ 'ਚ ਪਾਂਡਵ ਹਾਰ ਗਏ। ਆਪ ਸਾਰੀ ਕਹਾਣੀ ਨੂੰ ਜਾਣਦੇ ਹੋ। ਹਾਰਨ ਵਾਲੇ ਲਈ ਇਹ ਸ਼ਰਤ ਸੀ ਕਿ ਉਹ 12 ਸਾਲ ਨਿਵਾਸ ਕੱਟੇ ਤੇ 13ਵਾਂ ਸਾਲ ਲੁਕ ਛੁਪ ਕੇ ਗੁਜ਼ਾਰੇ। ਇਸ ਕਾਰਨ ਪਾਂਡਵਾਂ ਨੂੰ ਰਾਜ ਭਾਗ ਛੱਡ ਕੇ ਬਨਵਾਸੀ ਹੋਣਾ ਪਿਆ ਤੇ ਕਈ ਥਾਂ ਮਜ਼ਦੂਰੀ ਕਰਕੇ ਆਪਣੀ ਦਿਨਾਂ ਕੱਟਿਆਂ ਨੂੰ ਕਰਨੀ ਪਏ, ਕਈ ਥਾਂ ਤੇ ਫਿਰਦੇ ਰਹੇ। ਕ੍ਰਿਸ਼ਨ ਜੀ ਇਹਨਾਂ ਦੇ ਵੇਲੇ ਕਵੇਲੇ ਸਹਾਇਤਾ ਕਰਦੇ ਰਹਿੰਦੇ ਸਨ, ਪਰ ਹੁਣ ਬਦਕਿਸਮਤੀ ਨੇ ਇਹਨਾਂ ਦਾ ਖਹਿੜਾ ਨਹੀਂ ਛੱਡਿਆ। ਇਹਦੇ ਵੱਲ ਇਸ਼ਾਰਾ ਕਰਕੇ ਰੂਵੇਂ ਪਾਂਡਵ ਭੇ ਮਜੂਰ ਜਿਨਕੇ ਸੁਆਮੀ ਰਹਿਤ ਹਦੂਰ ਦੀ ਗੱਲ ਗੁਰਬਾਣੀ ਵਿੱਚ ਰਾਮਕਲੀ ਕੀ ਵਾਰ ਮਹਿਲਾ ਪਹਿਲਾ 954 ਅੰਕ ਦੇ ਉੱਤੇ ਇਹ ਗੱਲ ਉਹਨਾਂ ਨੇ ਜ਼ਿਕਰ ਕੀਤਾ ਹੈ ਵੀ ਜਿਹੜੇ ਰਾਜ ਭਾਗ ਦੇ ਮਾਲਕ ਸੀ ਉਹ ਕਿਸੇ ਵੇਲੇ ਜਿਹੜੇ ਹਨ ਉਹ ਮੰਗਤੇ ਵੀ ਬਣ ਸਕਦੇ ਹਨ। ਇੱਥੇ ਸੰਦੇਸ਼ ਜਿਹੜਾ ਇਹੋ ਹੀ ਹੈ ਕਿ ਕੋਈ ਚੀਜ਼ ਵੀ ਸਦਾ ਕਾਇਮ ਰਹਿਣ ਵਾਲੀ ਨਹੀਂ ਹੈ। ਦੁਨੀਆ ਦੇ ਪਦਾਰਥ, ਦੁਨੀਆ ਦੀ ਰਾਜ ਭਾਗ, ਦੁਨੀਆ ਦੀਆਂ ਚੀਜ਼ਾਂ ਆਉਣ ਜਾਂਦੀਆਂ ਰਹਿੰਦੀਆਂ ਹਨ ਤੇ ਇਹਨਾਂ ਦੁਨੀਆ ਦੀਆਂ ਚੀਜ਼ਾਂ ਨੂੰ ਹੰਕਾਰ ਲੈ ਕੇ ਜਾਂ ਆਪਣੇ ਅਭਿਮਾਨ ਲੈ ਕੇ ਅਭਿਮਾਨ ਵਿੱਚ ਮਸਤ ਹੋ ਕੇ ਪਰਮਾਤਮਾ ਨੂੰ ਨਹੀਂ ਭੁੱਲਣਾ ਚਾਹੀਦਾ। ਇਹਨਾਂ ਦਾ ਜ਼ਿਕਰ ਗੁਰੂ ਸਾਹਿਬ ਜੀ ਨੇ ਗੁਰਬਾਣੀ ਦੇ ਵਿੱਚ ਕੀਤਾ ਹੈ। ਪਾਰਵਤੀ ਦੀ ਗੱਲ ਕਰ ਲਈਏ, ਅੱਜ ਸਾਰੇ ਤਕਰੀਬਨ ਇਹ ਸੁਣੀਆਂ ਸੁਣਾਈਆਂ ਜਿਹੜੀਆਂ ਗੱਲਾਂ ਨੇ ਉਹਨਾਂ ਦੇ ਬਾਰੇ ਸਾਨੂੰ ਕਾਫੀ ਸ਼ਬਦ ਮਿਲ ਰਹੇ ਹਨ। ਇਹ ਹਿਮਾਲਾ ਦੀ ਪੁੱਤਰੀ ਕਹੀ ਜਾਂਦੀ ਹੈ ਪਾਰਵਤੀ ਤੇ ਸ਼ਿਵ ਜੀ ਦੀ ਘਰ ਵਾਲੀ ਹੈ। ਗਣੇਸ਼ ਜੀ ਦੀ ਮਾਤਾ ਦਾ ਨਾਮ ਪਾਰਵਤੀ ਹੈ, ਜਿਸ ਦਾ ਗੌਰਵ ਬਾਕੀ ਦੇਵੀਆਂ ਨਾਲੋਂ ਵਧੇਰੇ ਮੰਨਿਆ ਗਿਆ। ਇਹ ਵੀ ਖਿਆਲ ਹੈ ਕਿ ਦੁਰਗਾ, ਚੰਡੀ, ਭਵਾਨੀ ਇਹ ਸਾਰੀਆਂ ਦੇਵੀਆਂ ਇਹਨਾਂ ਦੇ ਅਵਤਾਰ ਹਨ। ਇਹ ਵੀ ਖਿਆਲ ਮੰਨਿਆ ਜਾਂਦਾ। ਲੱਗਦਾ ਇਹੋ ਹੈ ਕਿ ਪਹਿਲੇ ਪਹਾੜਾਂ ਤੇ ਰਹਿਣ ਵਾਲੇ ਜਿਹੜੇ ਵਾਸੀਆਂ ਦੀ, ਪਰਬਤ ਵਾਸੀਆਂ ਦੀ ਕਹਿ ਲਈਏ ਪੂਜਨੀਕ ਦੇਵੀ ਸੀ। ਇਸ ਨੂੰ ਪਹਾੜਾਂ ਵਿੱਚ ਜਾਂ ਪਰਬਤਾਂ ਵਿੱਚ ਰਹਿਣ ਕਰਕੇ ਪਾਰਵਤੀ ਜਿਹੜਾ ਹੈ ਉਹ ਕਿਹਾ ਜਾਂਦਾ ਸੀ। ਇਸ ਤਰ੍ਹਾਂ ਜਾਂਦਾ ਹੈ। ਇਸ ਦਾ ਸਭ ਤੋਂ ਵੱਡਾ ਜਿਹੜਾ ਪੁਰਾਤਨ ਹਵਾਲਾ ਸਾਨੂੰ ਮਿਲਦਾ ਹੈ ਉਹ ਕੇਨ ਉਪਨਿਸ਼ਦ ਵਿੱਚ ਮਿਲਦਾ ਹੈ। ਪਿੱਛੋਂ ਜਾ ਕੇ ਕਠਿਨ ਤਪੱਸਿਆ ਤੋਂ ਬਾਅਦ ਇਹਦਾ ਸ਼ਿਵ ਜੀ ਦੇ ਨਾਲ ਸੰਬੰਧ ਜੁੜ ਜਾਂਦਾ, ਜਿਸ ਕਰਕੇ ਸ਼ੈਵ ਤੇ ਸ਼ਾਗਤ ਲੋਕ ਇਹਨੂੰ ਮਹਾਮਾਈ ਕਹਿ ਕੇ ਵੀ ਪੂਜਦੇ ਹਨ ਤੇ ਪੂਜਾ ਕਰਦੇ ਹਨ। ਮਹਾਮਾਈ ਸਿੱਧਾ ਜੋਗੀਆਂ ਵਿੱਚ ਵੀ ਇਸ ਦੀ ਮਹਾਨਤਾ ਨੂੰ, ਸਿੱਧਾ ਜੋਗੀਆਂ ਨੇ ਇਹਦੀ ਮਹਾਨਤਾ ਨੂੰ ਪ੍ਰਵਾਨ ਕੀਤਾ ਹੋਇਆ ਹੈ, ਕਿਉਂਕਿ ਉਹ ਸ਼ਿਵ ਜੀ ਦੇ ਭਗਤ ਆਪਣੇ ਆਪ ਨੂੰ ਮੰਨਦੇ ਹਨ। ਕਿਸੇ ਨੇ ਗੋਰੀ ਕਹਿ ਕੇ ਇਸ ਦਾ ਕੋਮਲ ਸਰੂਪ ਧਿਆਨ ਵਿੱਚ ਵੀ ਕੀਤਾ ਹੈ। ਕਿਸੇ ਨੇ ਕਾਲਕਾ ਵਰਗੇ ਭਿਅੰਕਰ ਰੂਪ ਨੂੰ ਵੀ ਸਲਾਹਿਆ ਹੈ।
ਸਤਿਗੁਰੂ ਜੀ ਦੇਵੀ ਦੇਵਤਿਆਂ ਨੂੰ ਇਸ਼ਟ ਰੂਪ ਵਿੱਚ ਕਿਤੇ ਪ੍ਰਵਾਨ ਨਹੀਂ ਕਰਦੇ। ਸੋ ਮੁਖ ਜਲੋ ਜਿਤ ਕਹੇ ਠਾਕੁਰ ਜੋਨੀ, ਗੁਰੂ ਅਰਜਨ ਦੇਵ ਮਹਾਰਾਜ ਇਹ ਗੱਲ ਕਹਿੰਦੇ ਨੇ। ਸਤਿਗੁਰੂ ਜੀ ਨੇ ਕਿਤੇ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਦੇਵੀ ਦੇਵਤਿਆਂ ਨੂੰ ਇਸ਼ਟ ਰੂਪ ਵਿੱਚ ਪ੍ਰਵਾਨ ਨਹੀਂ ਕੀਤਾ, ਕਿਉਂਕਿ ਸਤਿਗੁਰੂ ਜੀ ਦੀ ਪਰੰਪਰਾ ਮਰਿਆਦਾ ਇੱਕ ਓੰਕਾਰ ਤੋਂ ਸ਼ੁਰੂ ਹੁੰਦੀ ਹੈ। ਜਿੱਥੇ ਲੋਕਾਂ ਦੀਆਂ ਵਿਚਾਰਾਂ ਖਤਮ ਹੋ ਜਾਂਦੀਆਂ ਨੇ, ਉੱਥੇ ਗੁਰੂ ਨਾਨਕ ਸਾਹਿਬ ਦਾ ਧਰਮ ਇੱਕ ਓੰਕਾਰ ਕਹਿ ਕੇ ਆਪਣੀ ਆਵਾਜ਼ ਦਿੰਦਾ ਹੈ। ਸਤਿਗੁਰੂ ਜੀ ਨੇ ਸ਼ਿਵ ਸ਼ਕਤੀ ਸਭ ਕੁਝ ਗੁਰੂ ਦੀ ਗੱਲ ਕੀਤੀ ਹੈ। ਸਾਡੇ ਲਈ ਗੁਰੂ ਹੀ ਪਾਰਵਤੀ ਹੈ, ਸਾਡੇ ਲਈ ਗੁਰੂ ਹੀ ਸ਼ਿਵ ਹੈ, ਸਾਡੇ ਲਈ ਗੁਰੂ ਹੀ ਸਭ ਕੁਝ ਹੈ। ਅਸੀਂ ਜਪ ਦੀ ਬਾਣੀ ਜਦੋਂ ਪੜ੍ਹਦੇ ਹਾਂ, ਗੁਰਮੁਖ ਨਾਦੰਗ ਗੁਰਮੁਖ ਵੇਦੰਗ ਗੁਰਮੁਖ ਰਿਹਾ ਸਮਾਈ, ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ। ਇਹ ਸਾਡੇ ਲਈ ਗੁਰੂ ਹੀ ਪਾਰਵਤੀ ਹੈ, ਗੁਰੂ ਹੀ ਸਾਡੇ ਲਈ ਗੋਰਖ ਹੈ, ਗੁਰੂ ਹੀ ਬ੍ਰਹਮਾ ਹੈ, ਗੁਰੂ ਹੀ ਈਸ਼ਰ ਹੈ। ਸਾਡੇ ਲਈ ਇਹਨਾਂ ਦੀ ਕੋਈ ਮਹਾਨਤਾ ਨਹੀਂ ਹੈ। ਤੋ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਪਹਿਲੀ ਸਰੀਰਕ ਜਾਮੇ ਵਿੱਚ ਹੀ ਇਹਨਾਂ ਚੀਜ਼ਾਂ ਦਾ ਖਾਤਮਾ ਕਰ ਦਿੱਤਾ। ਔਰ ਇੱਕ ਸਾਹਿਬ ਮੇਰਾ ਇੱਕੋ ਹੈ ਭਾਈ, ਇੱਕੋ ਹੈ ਦਾ ਢੰਡੋਰਾ ਦਿੱਤਾ ਗੁਰਬਾਣੀ ਨੇ। ਇੱਕ ਓੰਕਾਰ ਦਾ ਮਤਲਬ ਇਹ ਸੀ ਵੀ ਉਹ ਓੰਕਾਰ ਜੋ ਇੱਕ ਰਸ ਵਿਆਪਕ ਹੈ, ਉਹ ਹੈ ਹੀ ਇੱਕ। 33 ਕਰੋੜ ਤੱਕ ਹੀ, ਉਹ ਦੋ ਵੀ ਨਹੀਂ ਹੋ ਸਕਦੇ। ਤੋ ਸਤਿਗੁਰੂ ਜੀ ਨੇ ਇੱਕ ਬ੍ਰਹਮ ਦੀ ਸਰੂਪ, ਇੱਕ ਬ੍ਰਹਮ ਦੀ ਗੱਲ, ਇੱਕ ਬ੍ਰਹਮ ਦੀਆਂ ਗੱਲਾਂ ਸਾਡੇ ਨਾਲ ਕੀਤੀਆਂ ਹਨ। ਨਾ ਹੀ ਕਿਸੇ ਨੂੰ ਹੋਰ ਮੰਨਣ ਦਾ ਉਪਦੇਸ਼ ਸਾਨੂੰ ਗੁਰੂ ਪਾਤਸ਼ਾਹ ਜੀ ਨੇ ਦਿੱਤਾ ਹੈ। ਇਸ ਗੱਲ ਤੋਂ ਸਪਸ਼ਟ ਹੋ ਜਾਂਦੀ ਹੈ ਵੀ ਸਾਡੇ ਅੰਦਰ ਗੁਰੂ ਹੀ ਸਾਰਾ ਕੁਝ ਹੈ, ਪ੍ਰਮਾਤਮਾ ਹੀ ਸਭ ਕੁਝ ਹੈ। ਉਹੀ ਤਾਕਤ ਹੈ, ਉਹੀ ਮਾਰਨ ਵਾਲੀ ਹੈ, ਉਹੀ ਸਾਨੂੰ ਪਾਲਣ ਵਾਲੀ ਹੈ, ਉਹੀ ਸਾਡਾ ਸੰਘਾਰ ਕਰਨ ਵਾਲੀ ਹੈ। ਉਹ ਸ਼ਕਤੀ ਦੀ ਗੱਲ ਗੁਰੂ ਸਾਹਿਬ ਜੀ ਨੇ ਕੀਤੀ ਹੈ। ਗੁਰੂ ਸਾਹਿਬ ਜੀ ਇਹਨਾਂ ਦੇ ਜਿਹੜੇ ਜਨਮ ਲੈਣ ਵਾਲੇ ਦੇਵੀ ਦੇਵਤੇ ਅਵਤਾਰ ਹਨ, ਉਹਨਾਂ ਨੂੰ ਇਸ਼ਟ ਪੂਜਾ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ, ਕਿਉਂਕਿ ਸਤਿਗੁਰੂ ਜੀ ਦਾ ਸਾਹਿਬ ਨਾ ਜੰਮਦਾ ਹੈ ਨਾ ਮਰਦਾ ਹੈ, ਉਹ ਅਜੂਨੀ ਹੈ, ਉਹ ਸਹਿਬੰਗ ਹੈ, ਆਪਣੇ ਆਪ ਤੋਂ ਪ੍ਰਕਾਸ਼ ਹੋਇਆ। ਉਹਨੇ ਕਿਸੇ ਨੇ ਪ੍ਰਕਾਸ਼ ਵੀ ਨਹੀਂ ਕੀਤਾ, ਉਹਨੂੰ ਕਿਸੇ ਨੇ ਜਨਮ ਨਹੀਂ ਦਿੱਤਾ, ਉਹ ਆਪਣੇ ਆਪ ਤੋਂ ਹੀ ਬਣਿਆ ਹੈ। ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀਏ ਕਰ ਆਸਣ ਡਿਠੋ ਚਾਓ। ਸਤਿਗੁਰੂ ਦਾ ਸਾਹਿਬ ਇਹ ਹੈ। ਸਿੱਖ ਧਰਮ ਦੇ ਵਿੱਚ ਵੀ ਕਿਸੇ ਵੀ ਦੇਵੀ ਦੇਵਤੇ ਦੀ ਹੋਰ ਉਪਾਸਨਾ ਕਰਨ ਦੀ ਪਾਬੰਦੀ ਹੈ। ਕੇਵਲ ਇੱਕ ਅਕਾਲ ਪੁਰਖ ਦੀ ਹੀ ਉਪਾਸਨਾ, ਉਸ ਪਰਚਾ ਅਕਾਲ ਕਾ, ਜਦੋਂ ਅਸੀਂ ਕਹਿੰਦੇ ਹਾਂ ਪੂਜਾ ਅਕਾਲ ਕੀ, ਪਰਚਾ ਸ਼ਬਦ ਦਾ ਦੀਦਾਰ ਖਾਲਸੇ ਦਾ, ਇਹ ਸਾਡੇ ਲਈ ਵਿਧਾਨ ਹੈ। ਅਗਲਾ ਲਫ਼ਜ਼ ਹੈ ਪਿਸ਼ਾਚ। ਪਿਸ਼ਾਚ ਦਾ ਲਫ਼ਜ਼ੀ ਅਰਥ ਹੈ ਮਾਸ ਖਾਣ ਵਾਲਾ ਹੁੰਦਾ ਹੈ। ਆਰੀਆ ਲੋਕ ਯਕਸ਼ਾਂ ਤੋਂ ਨੀਵੇਂ ਦਰਜੇ ਦੀ ਦੁਸ਼ਸੁਭਾਅ ਦੀ ਇੱਕ ਜਾਤੀ ਨੂੰ ਪਿਸ਼ਾਚ ਕਹਿੰਦੇ ਸਨ, ਜਿਹੜੇ ਆਰੀਆ ਲੋਕ ਸਨ। ਇਹਨਾਂ ਦੀ ਪੈਦਾਇਸ਼ ਬਾਰੇ ਮਹਾਭਾਰਤ 'ਚ ਲਿਖਿਆ ਹੋਇਆ ਹੈ ਕਿ ਅਸੁਰਾਂ ਤੇ ਰਾਖਸ਼ਾਂ ਦੀ ਸਾਜਨਾ ਤੋਂ ਬਾਅਦ ਜੋ ਕੁਝ ਬਚ ਗਿਆ, ਜੋ ਮਸਾਲਾ ਬਚ ਗਿਆ, ਉਹਦੇ ਨਾਲ ਉਹਨਾਂ ਨੇ ਮਾਸ ਖਾਣ ਵਾਲੇ ਪਿਸ਼ਾਚ ਲੋਕੀ ਜਿਹੜੇ ਸੀ ਇਹ ਤਿਆਰ ਕਰ ਦਿੱਤੇ। ਪੁਰਾਣਾ ਅਨੁਸਾਰ ਇਹ ਕਸ਼ਮ ਰਿਸ਼ੀ ਦੀ ਪਤਨੀ ਪਿਸ਼ਾਚ ਜਾਂ ਕਪਸ਼ਾ ਦੀ ਕੁੱਖ ਤੋਂ ਪੈਦਾ ਹੋਏ। ਇਹ ਸਾਰੀ ਗੱਲ ਤੋਂ ਇੱਕ ਗੱਲ ਤਾਂ ਬੜੀ ਸਪਸ਼ਟ ਹੈ ਕਿ ਇਹ ਪੁਰਾਣੇ ਜ਼ਮਾਨੇ ਦੀ ਕੋਈ ਨਿੱਕੀ ਮੋਟੀ ਅਸਭਿਅ ਜਾਤੀ ਸੀ, ਜਿਹਨੂੰ ਸਭਿਅਤਾ ਦੇ ਵਿੱਚ ਪ੍ਰਵਾਨ ਨਹੀਂ ਸੀ ਕੀਤਾ ਜਾਂਦਾ। ਇਹਨਾਂ ਦਾ ਨਿਵਾਸ ਪਸ਼ਮੋਤਰੀ ਸਰਹੱਦੀ ਪ੍ਰਾਂਤ ਜਾਂ ਕਸ਼ਮੀਰ ਦੇ ਉਤਲੇ ਪਹਾੜਾਂ ਦੇ ਵਿੱਚ ਕਿਤੇ ਮੰਨਿਆ ਜਾਂਦਾ ਸੀ, ਤੇ ਇਹਨਾਂ ਦੀ ਭਾਸ਼ਾ ਨੂੰ ਪਿਸ਼ਾਚੀ ਕਹਿ ਕੇ ਦਰਜ ਕੀਤਾ ਜਾਂਦਾ ਸੀ। ਸਾਂਖ ਦਰਸ਼ਨ ਦੇ ਵਿੱਚ 8 ਲੋਕ ਗਿਣੇ ਗਏ ਹਨ, ਜਿਵੇਂ ਕਿ ਬ੍ਰਹਮਾ ਲੋਕ, ਪਿਤਰੀ ਲੋਕ, ਸੋਮ ਲੋਕ, ਇੰਦਰ ਲੋਕ, ਗੰਧਰਵ ਲੋਕ, ਰਾਕਸ਼ ਲੋਕ ਤੇ ਯਕਸ਼ਾ ਲੋਕ। ਸੋ 50 ਲੋਕ ਸਭ ਤੋਂ ਆਖਰੀ ਤੇ ਘਟੀਆ ਜਿਹੜਾ ਹੈ ਮੰਨਿਆ ਗਿਆ ਹੈ, ਯਕਸ਼ਾ ਲੋਕ। ਸੁਖਮਣੀ ਦੀ ਬਾਣੀ ਵਿੱਚ ਇੱਕ ਲਫ਼ਜ਼ ਆਉਂਦਾ ਹੈ, ਕਈ ਕੋਟ ਜਖ ਕਿੰਨਰ ਪਿਸ਼ਾਚ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ। ਤਾਂ ਉੱਥੇ ਲਫ਼ਜ਼ ਇਸ ਕਿੰਨਰ ਜਿਹੜਾ ਪਿਸ਼ਾਚ ਲਫ਼ਜ਼ ਆਇਆ ਵੀ ਦੁਨੀਆ ਵਿੱਚ ਬਹੁਤ ਸਾਰੇ ਲੋਕ ਨੇ ਜਿਹੜੇ
ਕਿੰਨਰ ਹਨ, ਪਿਸ਼ਾਚ ਹਨ, ਜਖ ਹਨ। ਇਹ ਪ੍ਰਮਾਤਮਾ ਦੀ ਬਿਰਥਤਾ ਹੈ, ਉਹਦੀ ਰਚੀ ਹੋਈ ਕੁਦਰਤ ਹੈ, ਉਹਦੀ ਰਚੀ ਹੋਈ ਖੇਡ ਹੈ। ਅਗਲਾ ਲਫ਼ਜ਼ ਹੈ ਪਿੰਗਲਾ। ਹੱਠ ਯੋਗੀਆਂ ਦੇ ਸੰਕੇਤ ਅਨੁਸਾਰ ਇੱਕ ਨਾੜੀ ਜੋ ਸੱਜੀ ਨਸ ਤੋਂ ਹੁੰਦੀ ਹੋਈ ਦਿਮਾਗ ਤੱਕ ਪਹੁੰਚਦੀ ਹੈ, ਇਹ ਇੱਕ ਨਾੜੀ ਹੈ। ਈੜਾ ਪਿੰਗਲਾ ਜਿਹਨੂੰ ਅਸੀਂ ਕਹਿ ਦਿੰਦੇ ਹਾਂ। ਜੋਗੀ ਇਸ ਨੂੰ ਸੂਰਜ ਨਾੜੀ ਵੀ ਕਹਿੰਦੇ ਨੇ, ਜਿਹੜੇ ਜੋਗੀ ਨੇ। ਜਦ ਕਿ ਖੱਬੇ ਪਾਸੇ ਵਾਲੀ ਈੜਾ ਨੂੰ ਚੰਦਰਮਾ ਨਾੜੀ ਆਖਿਆ ਜਾਂਦਾ ਹੈ, ਤੇ ਸੱਜੇ ਵਾਲੀ ਨੂੰ ਸੂਰਜ ਦਾ ਕਿਆ ਗੱਲ ਕੀਤੀ ਜਾਏ, ਸੂਰਜੀ ਨਾੜੀ ਕਿਹਾ ਜਾਂਦਾ ਹੈ। ਸੁਖਮਨਾ ਦੋਹਾਂ ਦੇ ਦਰਮਿਆਨ ਫਿਕਸ ਹੈ ਜਾਂ ਸਥਿਤ ਹੈ ਜਾਂ ਹੈ। ਇਹਨਾਂ ਤਿੰਨਾਂ ਜਾਂ ਤ੍ਰਿਕੁਟੀ ਦੀ ਸਾਧਨਾ ਯੋਗ ਅਭਿਆਸ ਦਾ ਇੱਕ ਖਾਸ ਕਾਰਨ ਹੈ। ਈੜਾ ਪਿੰਗਲਾ ਔਰ ਸੁਖਮਨਾ ਪੌਣੇ ਬੰਦ ਰਹਾਓਗੇ, ਚੰਦ ਸੂਰਜ ਦੋਏ ਸਮ ਕਰ ਰੱਖੋ, ਬ੍ਰਹਮ ਜੋਤ ਮਿਲ ਜਾਓਗੇ। ਭਗਤ ਰਾਮਦੇਵ ਜੀ ਨੇ ਵੀ ਇਹਦਾ ਜ਼ਿਕਰ ਕੀਤਾ ਹੈ, ਰਾਮਕਲੀ ਰਾਗ ਦੇ ਵਿੱਚ ਜੋ ਸ਼ਬਦ ਆਉਂਦਾ ਹੈ। ਤੋ ਇਹ ਯੋਗ ਮਤ ਦਾ ਇੱਕ ਬੇਸਿਕ ਸਿਧਾਂਤ ਹੈ, ਜਿਹੜੀ ਗੱਲ ਕੀਤੀ ਹੈ। ਅੱਗੇ ਸ਼ਬਦ ਵੱਲ ਚੱਲਦੇ ਹਾਂ। ਪੁਰਾਣ। ਪੁਰਾਣ ਵੀ ਸ਼ਬਦ ਗੁਰਬਾਣੀ ਵਿੱਚ ਇਸਤੇਮਾਲ ਕੀਤਾ। ਪੁਰਾਣ ਸ਼ਬਦ ਪੁਰਾਣੇ ਜਾਂ ਪ੍ਰਾਚੀਨ ਦਾ ਇੱਕ ਬੋਧਕ ਸ਼ਬਦ ਹੈ। ਇਹ ਸ਼ਬਦ ਸ਼ਿਵ ਜੀ ਲਈ ਵੀ ਵਰਤਿਆ ਜਾਂਦਾ ਹੈ। ਜਿਨ੍ਹਾਂ ਪੁਸਤਕਾਂ ਵਿੱਚ ਪੁਰਾਣਾ ਇਤਿਹਾਸ, ਧਾਰਮਿਕ ਪ੍ਰਸੰਗ ਅੰਕਿਤ ਕੀਤੇ ਹੋਏ ਹਨ, ਉਹਨਾਂ ਨੂੰ ਪੁਰਾਣ ਕਿਹਾ ਜਾਂਦਾ ਹੈ। ਵੇਦ ਪੁਰਾਣ, ਇਹਨਾਂ ਜਾਂਦੇ ਪੁਰਾਣੇ ਧਾਰਮਿਕ ਪੁਸਤਕਾਂ ਕਹਿ ਸਕਦੇ ਆ, ਪੁਰਾਣੇ ਇਤਿਹਾਸਿਕ ਇਤਿਹਾਸ ਜਾਂ ਪ੍ਰਸੰਗ ਹਨ, ਉਹਨਾਂ ਨੂੰ ਪੁਰਾਣ ਕਹਿੰਦੇ ਹਨ। ਭਾਈ ਕਾਹਨ ਸਿੰਘ ਨਾਭਾ ਨੇ ਮਹਾਨ ਕੋਸ਼ ਦੇ ਵਿੱਚ ਜਦੋਂ ਪੁਰਾਣ ਦੀ ਗੱਲ ਕੀਤੀ ਤਾਂ ਲਿਖਦੇ ਨੇ ਪੁਰਾਣਾਂ ਦੀ ਗਿਣਤੀ 18 ਹੈ, ਤੇ ਇਹਨਾਂ ਵਿੱਚ ਲਗਭਗ 4 ਲੱਖ ਸ਼ਲੋਕ ਦਰਜ ਕੀਤੇ ਗਏ ਹਨ। ਭਾਈ ਕਾਹਨ ਸਿੰਘ ਨਾਭਾ ਨੇ ਜੋ ਗੱਲ ਲਿਖੀ ਹੈ ਮਹਾਨ ਕੋਸ਼ ਦੇ ਵਿੱਚ, 778 ਅੰਕ ਦੇ ਉੱਤੇ ਮਹਾਨ ਕੋਸ਼ ਦੇ ਵਿੱਚ ਪੁਰਾਣ ਸਰਲੇਖ ਦੇ ਉੱਤੇ ਇਹ ਸਰਲੇਖ ਦਿੱਤਾ ਗਿਆ। ਵਿਸ਼ਨੂੰ ਤੇ ਬ੍ਰਹਮੰਡ ਪੁਰਾਣ ਵਿੱਚ ਪੁਰਾਣ ਦੀ ਪਰਿਭਾਸ਼ਾ ਜਿਹੜੀ ਆ ਉਹ ਹੋਰ ਤਰ੍ਹਾਂ ਦਰਜ ਕੀਤੀ ਗਈ ਹੈ। ਉੱਤੇ ਲਿਖਿਆ ਜਗਤ ਦੀ ਉਤਪਤੀ, ਪਰਲੋ, ਦੇਵਤਿਆਂ ਤੇ ਪਿਤਰਾਂ ਦੀ ਵੰਸ਼ਾਵਲੀ, ਮਨੂ ਦੇ ਰਾਜ ਦਾ ਸਮਾਂ ਅਤੇ ਹਾਲ, ਸੂਰਜ ਤੇ ਚੰਦਰਵੰਸ਼ ਦੀ ਕਥਾ, ਜਿਸ ਵਿੱਚ 5 ਪ੍ਰਸੰਗ ਹਨ, ਉਹਨੂੰ ਪੁਰਾਣ ਕਿਹਾ ਜਾਂਦਾ ਹੈ। ਜਗਤ ਦੀ ਉਤਪਤੀ, ਪਰਲੋ, ਦੇਵਤਿਆਂ ਤੇ ਪਿਤਰਾਂ ਦੀ ਵੰਸ਼ਾਵਲੀ, ਮਨੂ ਦੇ ਰਾਜ ਦਾ ਸਮਾਂ ਤੇ ਹਾਲ, ਸੂਰਜ ਤੇ ਚੰਦਰਵੰਸ਼ ਦੀ ਕਥਾ, ਇਹ 5 ਪ੍ਰਸੰਗ ਜਿਹਦੇ ਵਿੱਚ ਲਿਖੇ ਹੋਏ ਹੋਣ, ਉਹਨੂੰ ਫਿਰ ਪੁਰਾਣ ਜਿਹੜਾ ਹੈ ਉਹ ਕਿਹਾ ਜਾਂਦਾ ਹੈ। ਪੁਰਾਣਾਂ ਦੀ ਗਿਣਤੀ ਜਿਹੜੀ ਹੈ ਉਹ ਵਿਸ਼ਨੂੰ ਪੁਰਾਣ, ਪਦਮ, ਬ੍ਰਹਮ ਪੁਰਾਣ, ਸ਼ਿਵ ਪੁਰਾਣ, ਭਗਵਤ, ਨਾਰਦ, ਮਾਰਕੰਡੈ, ਅਗਨ, ਬ੍ਰਹਮ ਵੈਵਰਤ, ਲਿੰਗ, ਵਰਾ, ਸਕੰਦ, ਬਾਮਨ, ਪੂਰਮ, ਮਤਸਯ, ਗਰੁੜ, ਬ੍ਰਹਮੰਡ ਅਤੇ ਭਵਿਸ਼ ਪੁਰਾਣ। 18 ਪੁਰਾਣ ਦੀ ਗਿਣਤੀ ਇਸ ਤਰ੍ਹਾਂ ਕੀਤੀ ਜਾਂਦੀ ਹੈ। ਕਹਿੰਦੇ ਇਹਨਾਂ 18 ਜਿਹੜੇ ਪ੍ਰਧਾਨ ਪੁਰਾਣ ਹਨ, ਇਹਨਾਂ ਦੇ ਅੱਗੇ ਉਪ ਪੁਰਾਣ ਵੀ ਹਨ। 18 ਉਪ ਪੁਰਾਣਾਂ ਦੀ ਗਿਣਤੀ ਵੀ ਕੀਤੀ ਗਈ ਹੈ, ਜਿਵੇਂ ਸੰਤ ਕੁਮਾਰ ਪੁਰਾਣ, ਨਰਸਿੰਘ, ਨਾਰਦੀय, ਦੇਵੀ ਭਾਗਵਤ, ਦੁਰਭਾਸ਼ਾ, ਕਪਲ, ਮਾਨਵ, ਪੁਸ਼ਨਸ, ਵਰਨ, ਕਾਲਕਾ, ਸ਼ਾਮਨੰਦਾ, ਸ਼ੋਰ, ਪਰਾਸ਼ਰ, ਅਦਿੱਤਿਆ, ਮਾਹੇਸ਼ਵਰ, ਭਾਰਗਵ ਤੇ ਵਿਸ਼ਿਸ਼ਟ, ਇਹ ਗਿਣਤੀ ਇਹਨਾਂ ਦੀ ਦਿੱਤੀ ਹੋਈ। ਗੁਰਬਾਣੀ ਵਿੱਚ ਪੁਰਾਣਾਂ ਦੀ ਸਮੱਗਰੀ ਨੂੰ ਪ੍ਰਵਾਨ ਨਹੀਂ ਕੀਤਾ ਗਿਆ। ਅਪ੍ਰਮਾਣ ਕਰਕੇ ਇਹਨਾਂ ਉੱਪਰ ਅਮਲ ਕਰਨ ਦਾ ਉਪਦੇਸ਼ ਕਿਤੇ ਵੀ ਨਹੀਂ ਦਿੱਤਾ ਗਿਆ। ਨਾ ਹੀ ਗੁਰਬਾਣੀ ਨੇ ਕਿਤੇ ਇਹਨਾਂ ਪੁਰਾਣਾਂ ਦੀ ਗੱਲ ਜਿਹੜੀ ਹੈ ਮੰਨੀ ਹੈ। ਗੁਰੂ ਨਾਨਕ ਸਾਹਿਬ ਜੀ ਵੇਦਾਂ ਤੇ ਪੁਰਾਣਾਂ ਨੂੰ ਇੱਕ ਸਧਾਰਨ ਗਿਆਨ ਪ੍ਰਦਾਨ ਕਰਨ ਵਾਲੀ ਸਿੱਖਿਆ ਦਾ ਰਚਨਾ ਵਜੋਂ ਲਿਖਦੇ ਹਨ, ਜਿਵੇਂ ਅਸ਼ਲ ਸਿਲਾਈ ਨਾ ਚਲੇ, ਨਾ ਘਾਵ ਕਟਾਰਾ ਕਰ ਸਕੇ, ਜੋ ਸਾਹਿਬ ਰਾਖੇ ਤਿਉ ਰਹੇ, ਇਸ ਲੋਭੀ ਕਾ ਜੀਓ ਟਲ ਪਲੇ, ਬਿਨ ਤੇਲ ਦੀਵਾ ਕਿਉਂ ਜਲੇ, ਫਿਰ ਅੱਗੇ ਪੋਥੀ ਪ੍ਰਾਨ ਕਮਾਈਏ, ਭੋਵਟੀ ਇਤ ਤਨ ਪਾਈਏ, ਸਚ ਬੁਝਨ ਆਨ ਜਲਾਈਏ, ਇਹ ਤੇਲ ਦੀਵਾ ਇਉਂ ਜਲੇ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਕਰ ਚਾਨਣ ਸਾਹਿਬ ਤੋਂ ਮਿਲੇ, ਅਛਲ ਸਿਲਾਈ ਨਾ ਚਲਿਆ ਜਾਣ ਵਾਲਾ, ਕਟਾਰ ਮਲੇ ਤਲਵਾਰ,
ਕਿਉਂ ਵਿਦਾਵਲੇ ਕਿਵੇਂ, ਇਹਦੇ ਵਿੱਚ ਸਤਿਗੁਰੂ ਜੀ ਨੇ ਗੱਲ ਸਾਨੂੰ ਸਮਝਾਈ ਹੈ, ਉਹ ਇਸ ਢੰਗ ਨਾਲ ਸਮਝਾਈ ਹੈ। ਪੁਰਾਣਾ ਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਕੋਈ ਮਹਾਨਤਾ ਨਹੀਂ, ਨਾ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਪੁਰਾਣਾ ਦੇ ਵਿੱਚ ਕੋਈ ਇਹ ਗੱਲ ਸਾਨੂੰ ਦੱਸੀ ਗਈ, ਸਗੋਂ ਕੱਟ ਵੱਢ ਕਰਕੇ ਗੁਰੂ ਸਾਹਿਬ ਜੀ ਨੇ ਇੱਕ ਅਕਾਲ ਮੂਰਤ ਪਰਮ ਪਿਤਾ ਪਰਮੇਸ਼ਰ ਦੀ ਗੱਲ ਜਿਹੜੀ ਹੈ ਉਹ ਸਮਝਾਈ। ਇੱਕ ਲਫ਼ਜ਼ ਆਉਂਦਾ ਪੇੜਾ, ਗੁਰਬਾਣੀ ਦੇ ਵਿੱਚ ਪੇਕਾ ਪੇੜਾ ਲਫ਼ਜ਼ ਆਉਂਦਾ ਹੈ। ਗੁਰਬਾਣੀ ਵਿੱਚ ਮਨੁੱਖ ਦੇ ਲੌਕਿਕ ਜੀਵਨ ਨੂੰ ਪੇਕੇ ਘਰ ਨਾਲ ਤੁਲਨਾ ਦਿੱਤੀ ਗਈ ਹੈ। ਜਿਸ ਪ੍ਰਕਾਰ ਇੱਕ ਕੁੜੀ ਆਪਣੇ ਜੀਵਨ ਦੇ ਕੋਈ ਪਹਿਲੇ 20 25 30 ਸਾਲ ਆਪਣੇ ਪਿਤਾ ਦੇ ਘਰ 'ਚ, ਮਾਤਾ ਪਿਤਾ ਦੇ ਘਰ 'ਚ ਰਹਿ ਕੇ ਬਿਤਾ ਕੇ ਸਹੁਰੇ ਘਰ ਨੂੰ ਚਲੀ ਜਾਂਦੀ ਹੈ, ਇਸੇ ਕਾਰਨ ਹੀ ਇਸੇ ਤਰ੍ਹਾਂ ਹੀ ਮਨੁੱਖ ਜੀਵਨ ਦੇ ਕਹਿ ਲਓ ਵੱਧ ਤੋਂ ਵੱਧ 8-10 ਦਹਾਕੇ ਇਸ ਦੁਨੀਆ ਵਿੱਚ ਗੁਜ਼ਾਰ ਕੇ ਪ੍ਰਭੂ ਦੇ ਅਗੰਮੀ ਦੇਸ਼ ਵੱਲ ਉਡਾਰੀ ਮਾਰ ਜਾਂਦਾ ਹੈ, ਜਿੱਥੇ ਪਹੁੰਚ ਇਹਦਾ ਪਤਾ ਹੀ ਕੋਈ ਨਹੀਂ। ਗੁਰਬਾਣੀ ਵਿੱਚ ਪ੍ਰਭੂ ਨੂੰ ਪਤੀ ਦੇ ਹਵਾਲੇ ਨਾਲ ਯਾਦ ਕੀਤਾ ਗਿਆ ਹੈ ਤੇ ਸ਼ੇਖ ਫਰੀਦ ਜੀ ਇਹ ਗੱਲ ਲਿਖਦੇ ਹਨ, ਜਿਤ ਦਿਹਾੜੇ ਧਨ ਬਰੀ ਸਾਹੇ ਲੈ ਲਖਾਏ, ਮਲਕ ਜੇ ਕੰਨੀ ਸੁਣੀਦਾ ਮੂੰਹ ਤਖਾਲੇ ਆਏ, ਜਿੰਦਨ ਮਾਣੀ ਕੱਢੀਐ ਹੱਡਾਂ ਕੋ ਕੜਕਾਏ, ਸਾਹੇ ਲਿਖੇ ਨਾ ਚੱਲਣੀ ਜਿੰਦੂ ਕੋ ਸਮਝਾਏ, ਜਿੰਦ ਵੋਟੀ ਮਰਨ ਵਰ ਲੈ ਜਾਸੀ ਪਰਨਾਏ, ਆਪਨ ਹੱਥੀ ਜੋਲ ਕਿਆ ਗੱਲ ਲੱਗੇ ਧਾਏ, ਵਾਲੋਂ ਨਿੱਕੀ ਪੁਰਸਲਾਤ ਕੰਨੀ ਨਾ ਸੁਣੀ ਆਏ, ਪ੍ਰੀਤਾ ਕਿਹੜੀ ਪਵਿੰਦ ਹੀ ਖੜਾ ਨਾ ਆ ਮਹਾਏ। ਜਿੱਦਣ ਸਮਾਂ ਇਹ ਸਮਾਂ ਆਏਗਾ ਸਭ ਲਿਖਿਆ ਹੋਇਆ ਹੈ, ਉਹ ਸਾਹਾ ਲਿਖਿਆ ਟਲਣਾ ਨਹੀਂ ਹੈ। ਜਿਸ ਤਰ੍ਹਾਂ ਪੇਕੇ ਘਰ 'ਚ ਰਹਿਣ ਵਾਲੀਆਂ ਕੁੜੀਆਂ ਬੇਪਰਵਾਹੀਆਂ ਹੋ ਕੇ ਰਹਿੰਦੀਆਂ ਨੇ, ਕੋਈ ਫਿਕਰ ਫਾਕਾ ਨਹੀਂ ਹੁੰਦਾ, ਸਹੁਰੇ ਘਰ ਜਾਣ ਲਈ ਜਿਹੜੀ ਯੋਗ ਸਿਖਲਾਈ ਨਹੀਂ ਲੈਂਦੀਆਂ ਜਾਂ ਤਿਆਰੀ ਨਹੀਂ ਕਰਦੀਆਂ, ਇਸੇ ਤਰ੍ਹਾਂ ਬਹੁਤ ਸਾਰੇ ਮਨੁੱਖ ਵੀ ਦੁਨੀਆ 'ਚ ਰਹਿਣ ਦੌਰਾਨ ਗਾਫਲ ਬਣੇ ਰਹਿੰਦੇ ਨੇ, ਉਹ ਪਰਮਾਤਮਾ ਦੀ ਬੰਦਗੀ ਤੋਂ ਅਚੇਤ, ਪ੍ਰਭੂ ਦਾ ਸਿਮਰਨ ਸਿਮਰਨ ਪ੍ਰਭੂ ਦੀ ਯਾਦ ਭਗਤੀ, ਉਹ ਕਦੀ ਚੰਗਾ ਕੰਮ ਕਰਦੇ ਹੀ ਨਹੀਂ। ਤੇ ਅਜਿਹੇ ਮਨੁੱਖ ਉਹ ਬੇਪਰਵਾਹ ਕੁੜੀਆਂ ਵਾਂਗ ਹੀ, ਜੇ ਕਹਿੰਦੇ ਆ ਨਾ ਇੱਥੇ ਸਿੱਖ ਲੈ ਕੇ ਸਹੁਰੇ ਜਾ ਕੇ ਕੀ ਕਰੇਗੀ, ਜੇ ਨਾ ਸਿੱਖਿਆ ਤਾਂ ਅੱਗੇ ਜਾ ਕੇ ਫਿਰ ਉਹਨੂੰ ਪਛਤਾਉਣਾ ਪੈਂਦਾ ਹੈ। ਤੋ ਰਾਗ ਮਾਝ ਦੀਆਂ ਅਸ਼ਟਪਦੀਆਂ 'ਚ ਗੁਰੂ ਨਾਨਕ ਸਾਹਿਬ ਇੱਕ ਬਚਨ ਲਿਖਦੇ, ਕਹਿੰਦੇ ਪਿਗੜੇ ਫਿਰ ਜਾਤੋ ਨਾਹੀ, ਝੂਠ ਵਿਛੁੰਨੀ ਰੋਵੇ ਧਾਹੀ, ਅਵਗਨ ਮੁੱਠੀ ਮਹਿਲ ਨਾ ਪਾਏ, ਅਵਗਨ ਗੁਣ ਬਖਸ਼ਾਵਨਿਆ, ਪਿਗੜੇ ਜਿਨ ਜਾਤ ਪਿਆਰਾ, ਗੁਰਮੁਖ ਬੂਝੇ ਤਤ ਵਿਚਾਰਾ, ਆਵਨ ਜਾਣਾ ਠਾਕਰ ਹੈ ਸੱਚੇ ਨਾਮ ਸੁਭਾਵਨਿਆ। ਪੇਕੇ ਘਰ ਵਿੱਚ ਯਾਦ ਨਹੀਂ ਕੀਤਾ ਫਿਰ ਨੂੰ, ਫਿਰ ਜਾਤੋ ਨਾਹੀ, ਹੁਣ ਝੂਠ ਵਿਛੁੰਨੀ ਫਸੀ ਹੋਈ ਰੋਂਦੀ ਹੈ, ਅਵਗਨ ਮੁੱਠੀ ਮਹਿਲ ਨਾ ਪਾਵੇ, ਅਵਗਣਾ 'ਚ ਫਸੀ ਹੋਈ ਨੂੰ ਟਿਕਾਣਾ ਨਹੀਂ ਮਿਲਦਾ, ਪੇਕੇ ਫਿਰ ਦਾ ਘਰ ਨਹੀਂ ਮਿਲਦਾ। ਪਿਗੜੇ ਜਿਨ ਜਾਤ ਅਪਾ ਪਿਆਰਾ, ਜਿਹਨੇ ਪੇਕੇ ਘਰ ਵਿੱਚ ਜਾਣ ਲਿਆ, ਗੁਰਮੁਖ ਬੂਝੇ ਤਤ ਵਿਚਾਰਾ, ਜਿਹੜਾ ਗੁਰੂ ਦੀ ਸ਼ਰਨ ਪਾ ਕੇ ਇਸ ਤੱਥ ਦੀ ਸੱਚਾਈ ਨੂੰ ਸਮਝ ਲਵੇ, ਫਿਰ ਉਹਦਾ ਆਵਨ ਜਾਣਾ ਮੁੱਕ ਜਾਂਦਾ ਹੈ, ਸੱਚੇ ਨਾਮ ਵਿੱਚ ਉਹ ਲੀਨ ਹੋ ਜਾਂਦਾ ਹੈ। ਭਗਤ ਕਬੀਰ ਜੀ ਰੂਪੀ ਇਸਤਰੀ ਨੂੰ ਸੰਬੋਧਨ ਕਰਦੇ ਜਾਂ ਸਾਬਦਨ ਕਰਦੇ ਹੋਏ ਇਹ ਗੱਲ ਫਰਮਾਉਂਦੇ ਨੇ ਕਿ ਤੂੰ ਪੇਕੇ ਘਰ ਵਿੱਚ ਚੰਦ ਦਿਨਾਂ ਦੀ ਪ੍ਰਾਹੁਣੀ ਹੈ, ਆਖਰ ਤੂੰ ਸਹੁਰੇ ਵੱਜਣਾ, ਸਹੁਰੇ ਜਾਣਾ ਹੈ, ਪ੍ਰਾਹੁਣੇ ਮੁਕਲਾਵਾ ਲੈਣ ਵਾਸਤੇ ਪਹੁੰਚਣ ਵਾਲੇ ਹਨ, ਪਰ ਜੀਵ ਰੂਪੀ ਇਸਤਰੀ ਅਜੇ ਵੀ ਗਾਫਲ ਹੈ। ਪੇਵਕੜੇ ਦਿਨ ਚਾਰ ਹੈ ਸੋਹਰੜੇ ਜਾਣਾ, ਅੰਧਾ ਲੋਕ ਨਾ ਜਾਣਹੀ ਮੂਰਖ ਇਹ ਆਣਾ, ਕਹੋ ਡੱਡੀਆਂ ਬਾਂਧੇ ਧਨ ਖੜੀ, ਪਾਹੂ ਕਰ ਆਏ ਮੁਕਲਾਊ ਆਏ, ਉਹ ਜੋ ਦਿਸੇ ਫੂੜੀ ਕੌਣ ਲਾਜ ਬਹਾਰੀ, ਲਾਜ ਘੜੀ ਸੇ ਟੁੱਟ ਪੜੀ ਉੱਠ ਚੱਲੀ ਪਨਹਾਰੀ। ਜੀਵਨ ਦੀ ਤੰਦ ਟੁੱਟ ਗਈ, ਲਾਜ ਟੁੱਟ ਗਈ ਤੇ ਇਹ ਤੁਰ ਪਈ। ਸੋਹਰੇ ਜਾਣਾ ਹੀ ਹੈ, ਸਭਨਾ ਸਹੁਰੇ ਵੰਜਣਾ, ਸਭ ਮੁਕਲਾਵਨ ਹਾਰ ਹਨ, ਪੇਵੜੇ ਘਰ ਦਾ ਸੁੱਖ ਥੋੜ ਦੇਣਾ ਹੈ। ਜਿਹੜੀਆਂ ਕੁੜੀਆਂ ਪੇਕੇ ਰਹਿ ਕੇ ਪ੍ਰਮਾਤਮਾ ਪਤੀ ਦੀ ਭਾਵ ਉਸ ਪਤੀ ਨੂੰ ਯਾਦ ਰੱਖਦੀਆਂ ਹਨ, ਇਸ ਸੰਸਾਰ ਦੇ ਪੇਕੇ ਘਰ ਵਿੱਚ ਉਹਨਾਂ ਨੂੰ ਸਹੁਰੇ ਜਾ ਕੇ ਆਦਰ ਮਾਨ ਮਿਲਦਾ ਹੈ, ਪਰ ਪ੍ਰਮਾਤਮਾ ਦੇ ਦਰ ਤੇ ਵਡਿਆਈ ਮਿਲਦੀ ਹੈ।
ਮਿਤ ਪੈਜੇ ਬਿਦ ਵਿਕਸੇ ਜੇ ਮਿਤ ਕੀ ਪੈਜ ਭਾਵੇ ਵਡਿਆਈ ਮਿਲਦੀ ਹੈ। ਪੇੜੇ ਦਿਨ ਚਾਰ ਹੈ ਹਰ ਹਰ ਲਿਖਿਆ ਪਾਇਆ, ਪੇੜੇ ਦਿਨ ਚਾਰ ਹੈ ਹਰ ਹਰ ਲਿਖ ਪਾਇਆ। ਸੁਭਾਵੰਤੀ ਨਾਰ ਹੈ ਗੁਰਮੁਖ ਗੁਣ ਗਾਇਆ, ਪੀਵਗੜੇ ਗੁਣ ਸੰਭਲੇ ਸੋਹਰੇ ਵਾਸ ਪਾਇਆ। ਗੁਰਮੁਖ ਸਹਿ ਸਮਾਣੀਆਂ ਹਰ ਹਰ ਮਨ ਭਾਇਆ, ਸੋਹਰੇ ਸਸੁਰੇ ਪਈਏ ਫਿਰ ਬਸੇ ਕਹੋ ਕਿਤ ਬਿਦ ਪਾਈਏ। ਫਿਰ ਤਾਂ ਹੈ ਮਿਲੇ ਕਿਵੇਂ, ਆਪ ਨਿਰੰਜਨ ਅਲਖ ਹੈ ਆਪੇ ਮਿਲਾਈ। ਤੋ ਪੇਕੇ ਘਰ 'ਚ ਰਹਿੰਦੀ ਹੋਈ ਜੀਵ ਇਸਤਰੀ ਭਰਮ ਭੁਲੇਖਿਆਂ ਵਿੱਚ ਫਸ ਕੇ ਪਤੀ ਪਰਮਾਤਮਾ ਨੂੰ ਵਿਸਾਰੀ ਰੱਖਦੀ ਹੈ। ਤੋ ਇਸ ਹਾਲਾਤ ਵਿੱਚ ਉਸਦਾ ਲੋਕ ਤੇ ਪ੍ਰਲੋਕ ਨਸ਼ਟ ਹੋ ਜਾਂਦੇ ਨੇ। ਜਿਹੜੀਆਂ ਸਤਸੰਗ 'ਚ ਬੈਠ ਕੇ ਪ੍ਰਭੂ ਦੇ ਗੁਣਾਂ ਦਾ ਗਾਇਨ ਕਰਦੀਆਂ ਹਨ, ਉਹਨਾਂ ਦਾ ਜੀਵਨ ਸਫਲ ਹੋ ਜਾਂਦਾ ਹੈ, ਉਹਨਾਂ ਦਾ ਜੀਵਨ ਪ੍ਰਵਾਨ ਹੋ ਜਾਂਦਾ ਹੈ। ਤੋ ਪੀਵਗੜਾ ਲਫ਼ਜ਼ ਇੱਕ ਸਿੰਬਲ ਸ਼ਬਦ ਹੈ ਵੀ ਇਸ ਸੰਸਾਰ ਦੇ ਘਰ ਵਿੱਚ ਮਨੁੱਖ ਨੇ ਸਦਾ ਨਹੀਂ ਰਹਿਣਾ। ਇਸ ਵਾਸਤੇ ਅੱਗੇ ਜਾਣ ਦੀ ਤਿਆਰੀ ਉਹਨੂੰ ਨਾਲ ਨਾਲ ਹੀ ਕਰਦੇ ਰਹਿਣਾ ਚਾਹੀਦਾ ਹੈ। ਅੱਗੇ ਹੈ 5 ਇਸ਼ਨਾਨ। 2 ਹੱਥਾਂ ਦੇ 2 ਪੈਰ 1 ਮੂੰਹ, ਇਹਨਾਂ 5 ਅੰਗਾਂ ਨੂੰ ਧੋ ਕੇ ਪਵਿੱਤਰ ਕਰਨਾ। ਪਰਾਸ਼ਰ ਸਿਮਰਤੀ ਦੇ ਵਿੱਚ 5 ਇਸ਼ਨਾਨ ਜਿਹੜੇ ਦੱਸੇ ਗਏ ਨੇ ਹੋਰ ਹਨ। ਉਹ ਕਹਿੰਦੇ ਅਗੰਨਿਆ ਭਸਮ ਨਾਲ ਸਰੀਰ ਦੀ ਸ਼ੁੱਧੀ ਕਰਨੀ, ਅੱਗ ਦੀ ਸੁਆਹ ਦੇ ਨਾਲ ਵੀ ਇਸ਼ਨਾਨ ਕੀਤੇ ਸਰੀਰ ਸ਼ੁੱਧ ਹੋ ਸਕਦਾ ਹੈ। ਜਾਂ ਦੂਜਾ ਹੈ ਪਾਣੀ ਦੇ ਨਾਲ ਜਲ ਦੇ ਨਾਲ ਸਰੀਰ ਦੀ ਸ਼ੁੱਧੀ ਕਰਨੀ। ਤੀਜਾ ਹੈ ਵੇਦ ਮੰਤਰਾਂ ਨਾਲ ਕੀਤੀ ਗਈ ਪਵਿੱਤਰਤਾ, ਜਿਹਨੂੰ ਬ੍ਰਹਮ ਕਿਹਾ ਜਾਂਦਾ ਹੈ। ਅਗਨਿਆ ਵਾਰੁਣ ਬ੍ਰਹਮ ਵਾਜਵੈ ਤੇ ਦਿਵਿਆ, ਇਹ 5 ਇਸ਼ਨਾਨ ਦੇ ਨਾਮ ਉਹਨਾਂ ਦਿੱਤੇ ਹਨ। ਮੈਂ ਸਿਰਫ ਵਿਆਖਿਆ ਕਰ ਰਿਹਾ ਕਿ ਸੁਆਹ ਦੇ ਨਾਲ ਜਲ ਨਾਲ ਸਰੀਰ ਦੀ ਸ਼ੁੱਧੀ ਕਰਨੀ। ਆਮ ਤੌਰ ਤੇ ਤੁਸੀਂ ਦੇਖਿਆ ਹੋਵੇਗਾ ਕਿ ਹੁਣ ਤਾਂ ਇਹ ਜੋ ਚੀਜ਼ਾਂ ਭਾਂਡੇ ਮਾਂਜਣ ਦੀਆਂ ਡਿਸ਼ਵਾਸ਼ਰ ਦੂਜਾ ਤੀਜਾ ਆ ਗਿਆ। ਪੁਰਾਣੇ ਸਮੇਂ 'ਚ ਜੋ ਪਿੰਡੂ ਹੀ ਹੁੰਦਾ ਸੀ, ਸੁਆਹ ਦੇ ਨਾਲ ਭਾਂਡੇ ਮਾਂਜੇ ਜਾਂਦੇ ਸੀ। ਸੁਆਹ ਜਿਹੜੀ ਲੱਕੜਾਂ ਦੀ ਬਣੀ ਹੋਈ ਰਾਖ ਜਿਹਨੂੰ ਕਹਿੰਦੇ ਆ, ਉਹਨੂੰ ਸੁਆਹ ਕਹਿੰਦੇ ਨੇ। ਤਾਂ ਉਹਦੇ ਨਾਲ ਭਾਂਡੇ ਕਹਿੰਦੇ, ਭਾਂਡਾ ਚਮਕਦਾ ਵੀ ਬੜਾ ਸੀ, ਭਾਂਡਾ ਸਾਫ਼ ਵੀ ਬੜਾ ਹੁੰਦਾ ਸੀ। ਤਾਂ ਉਹ ਸਰੀਰ ਦੀ ਸ਼ੁੱਧੀ ਵੀ ਸੁਆਹ ਮਲ ਕੇ ਕੀਤੀ ਜਾਂਦੀ ਹੈ। ਇੱਕ ਵਿਧਾਨ ਜਿਹੜਾ ਹੈ ਉਹ ਇਹ ਪਰਾਸ਼ਰ ਸਿਮਰਤੀ ਦੇ ਵਿੱਚ ਇਹ ਲਿਖਿਆ ਗਿਆ ਹੈ। ਤਾਂ ਹੀ ਮੇਰਾ ਖਿਆਲ ਹੈ ਜੋਗੀ ਲੋਕ ਭਸਮ ਮਲ ਕੇ ਭਸਮ ਲਾ ਕੇ ਆਪਣੀ ਬੰਦਗੀ ਕਰਦੇ ਹੋਣਗੇ, ਸ਼ਾਇਦ ਸਰੀਰ ਦੀ ਸ਼ੁੱਧੀ ਕਰਕੇ ਇਹ ਚੀਜ਼ ਉਹ ਮੰਨਦੇ ਹੋਣਗੇ। ਫਿਰ ਕਹਿੰਦੇ ਨੇ ਪੌਣ ਹਵਾ ਨਾਲ ਕੀਤੀ ਹੋਈ ਸ਼ੁੱਧੀ ਤੇ ਦਿਵਿਆ ਵਰਦੇ ਹੋਏ ਮੀਂਹ ਵਿੱਚ ਇਸ਼ਨਾਨ ਕਰਨਾ। 5 ਤਰ੍ਹਾਂ ਦੇ ਨਾਲ ਇਹ 5 ਇਸ਼ਨਾਨ ਜਿਹੜੇ ਹਨ ਇਹ ਮੰਨੇ ਗਏ ਹਨ, ਜਿਹੜੇ ਇਹ ਦੂਜੇ ਸ਼ਾਸਤਰਾਂ ਦੇ ਵਿੱਚ ਪਰਾਸ਼ਰ ਸਿਮਰਤੀ ਦੇ ਵਿੱਚ। ਮਸਲਾ ਕੇਵਲ ਸਰੀਰ ਦੀ ਸ਼ੁੱਧੀ ਤੱਕ ਨਹੀਂ, ਇੱਥੇ ਤਾਂ ਸੁੱਚ ਹੋਵੇ ਤਾਂ ਸੱਚ ਪਾਈਏ। ਸੁੱਚ ਤਾਂ ਹੀ ਹੋਣੀ ਹੈ ਜੇ ਸੱਚ ਪਾ ਲਿਆ ਤਾਂ, ਜੇ ਸੱਚ ਨਹੀਂ ਪਾਇਆ ਤਾਂ ਸੁੱਚ ਹੋਣੀ ਕੋਈ ਨਹੀਂ। ਇਸ ਵਾਸਤੇ ਸਾਡੇ ਧਰਮ ਦੇ ਵਿੱਚ, ਸਾਡੇ ਸਿੱਖੀਜ਼ਮ ਦੇ ਵਿੱਚ ਰੋਜ਼ ਇਸ਼ਨਾਨ ਕਰਨ ਦੀ ਗੱਲ ਕੀਤੀ ਗਈ ਹੈ। ਸਰੀਰ ਠੀਕ ਹੋਵੇ, ਤੰਦਰੁਸਤ ਹੋਵੇ ਤਾਂ ਫਿਰ ਇਸ਼ਨਾਨ ਕਰਨ ਦੀ ਗੱਲ ਕੀਤੀ ਗਈ ਹੈ। ਇਸ ਸਾਨੂੰ ਉਹ ਹੋਰ ਕੋਈ ਚੀਜ਼ਾਂ ਜਿਹੜੀਆਂ ਹਨ ਉਹ ਨਹੀਂ ਦੱਸੀਆਂ ਗਈਆਂ। ਇੱਕ ਸ਼ਬਦ ਗੁਰਬਾਣੀ ਚ ਆਉਂਦਾ 5 ਸ਼ਬਦ। 5 ਵਾਜਿਆਂ ਦੁਆਰਾ ਉਤਪੰਨ ਹੋਇਆ ਵਾਲਾ ਸੰਗੀਤ। 5 ਚੀਜ਼ਾਂ ਕਿਹੜੀਆਂ ਹਨ? ਇੱਕ ਤੰਤੀ, ਤਾਰ ਦੇ ਤੰਦ ਦੇ ਵਾਜੇ, ਜਿਵੇਂ ਸਤਾਰ, ਰਵਾਬ, ਸਰੰਗੀ, ਤਾਰਾਂ ਦੇ ਨਾਲ ਜਿਹੜੀਆਂ ਚੀਜ਼ਾਂ ਵੱਜਦੀਆਂ ਹਨ। ਦੂਜਾ ਬ੍ਰਿਤ, ਜਿਹੜਾ ਚੰਮ ਦੇ ਨਾਲ ਬੜੇ ਜਾਂਦੇ ਹਨ, ਜਿਵੇਂ ਢੋਲ, ਤਬਲਾ, ਨਗਾਰਾ, ਇਹ 5। ਤੀਜਾ ਹੈ ਘਨ, ਜਿਹੜੇ ਧਾਤ ਦੇ ਬਣੇ ਹੋਏ ਹੁੰਦੇ ਹਨ, ਜਿਵੇਂ ਚਿਮਟਾ, ਘੰਟਾ, ਛੈਣੇ, ਜਿਹੜੀਆਂ ਚੀਜ਼ਾਂ ਹਨ ਇਹ ਵੱਜਣੀਆਂ ਆਵਾਜ਼ ਪੈਦਾ ਕਰ ਧਾਤ ਦੇ ਨਾਲ ਬਣਦੀਆਂ ਹਨ। ਨਾਦ, ਜਿਹੜੀ ਆਵਾਜ਼ ਪੈਦਾ ਕਰਦਾ ਹੈ, ਜਿਵੇਂ ਘੜਾ, ਘੜੋਲੀ, ਇਹ ਜਿਨ੍ਹਾਂ ਦੇ ਵਿੱਚੋਂ ਆਵਾਜ਼ ਪੈਦਾ ਹੁੰਦੀ ਹੈ। ਜਦੋਂ ਉਹਦਾ ਹੱਥ ਮਾਰੋ ਤੇ ਏਦਾਂ ਉਹਦੇ ਵਿੱਚੋਂ ਸੰਗੀਤ ਜਿਹਾ ਪੈਦਾ ਹੁੰਦਾ ਹੈ, ਉਹਨਾਂ ਨੂੰ ਨਾਦ ਕਹਿੰਦੇ ਨੇ। ਤੇ ਪੰਜਵਾਂ ਹੈ ਸੁਖਿਰ, ਜਿਹੜਾ ਫੂਕ ਮਾਰਨ ਦੇ ਨਾਲ ਆਵਾਜ਼ ਪੈਦਾ ਕਰ, ਜਿਵੇਂ ਸ਼ਨਾਈ, ਬੰਸਰੀ, ਮੁਰਲੀ, ਹੋਰ ਆਦਿਕ ਚੀਜ਼ਾਂ ਇਹ ਜਿਹੜੀਆਂ ਹਨ ਇਹ ਆਵਾਜ਼ ਪੈਦਾ ਕਰਦੀਆਂ ਹਨ। ਤਾਂ ਇਹ 5 ਸਾਜ਼ਾਂ ਦੀ ਗੱਲ ਹੈ ਜਿਹੜੇ 5 ਦਿੱਤੀ ਗਈ ਹਨ।
ਗੁਰਬਾਣੀ ਵਿੱਚ ਪੰਜ ਸ਼ਬਦ ਦੀ ਜਦੋਂ ਗੱਲ ਆਈ ਜਾਂ ਪੰਜ ਸ਼ਬਦਾਂ ਦੀ ਗੱਲ ਆਈ ਤਾਂ ਸਤਿਗੁਰੂ ਜੀ ਨੇ ਕਿਹਾ ਜਿਹੜੇ ਇਹਨਾਂ ਮਿਲਵਾਂ ਸਾਜ਼ਾਂ ਦੀ ਆਵਾਜ਼ ਵਿੱਚੋਂ ਜੋ ਤੁਸੀਂ ਧੁਨ ਕੱਢਦੇ ਹੋ ਜਾਂ ਲੈਂਦੇ ਹੋ ਜਾਂਦਾ, ਉਹ ਗੁਰੂ ਦੇ ਸ਼ਬਦ ਦੇ ਵਿੱਚੋਂ ਉਹ ਸਾਰਾ ਆਨੰਦ ਮਿਲਦਾ ਹੈ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਉੱਥੇ ਸਤਿਗੁਰੂ ਜੀ ਨੇ ਵਾਜੇ ਪੰਜਾਂ ਸ਼ਬਦ ਦੀ ਗੱਲ ਕੀਤੀ ਹੈ, ਤਾਂ ਇੱਥੇ ਅਨਹਦ ਝੁਨਕਾਰ ਦੀ ਗੱਲ ਕੀਤੀ ਹੈ, ਧੁਨਕਾਰ ਦੀ ਗੱਲ ਕੀਤੀ ਹੈ। ਗੁਰਬਾਣੀ ਨੇ ਸ਼ਬਦ ਵਰਤੇ ਹਨ, ਲੇਕਿਨ ਇਹ ਬਾਹਰਲੇ ਸੰਗੀਤ ਵਜੋਂ ਨਹੀਂ, ਅੰਦਰੋਂ ਪੈਦਾ ਹੋਇਆ ਆਪ ਸੇਤੀ। ਜਦੋਂ ਆਪ ਸੇਤੀ ਬੰਦਾ ਆਪਣੇ ਆਪ ਨੂੰ ਖਾ ਲੈਂਦਾ ਹੈ, ਭਾਵ ਅੰਦਰੋਂ ਪੈਦਾ ਹੋਏ ਗਿਆਨ ਨਾਲ ਹਉਮੈ ਨੂੰ ਖਾ ਜਾਂਦਾ ਹੈ, ਉਦੋਂ ਇਹ ਆਨੰਦ ਦੀ ਅਵਸਥਾ ਪ੍ਰਾਪਤ ਹੁੰਦੀ ਹੈ। ਤੇ ਉਸ ਆਨੰਦ ਦੀ ਅਵਸਥਾ ਦੇ ਵਿੱਚੋਂ ਪੰਜ ਸਾਜ਼ਾਂ ਦੀ ਮਿਲਵੀਂ ਸਵਾਦ ਦਾ ਨਜ਼ਾਰਾ ਜਿਹੜਾ ਹੈ, ਮਿਲਵੀਂ ਆਵਾਜ਼ ਦਾ ਜਿਹੜਾ ਨਜ਼ਾਰਾ ਹੈ, ਉਹ ਮਿਲਵੀਂ ਆਵਾਜ਼ ਦਾ ਨਜ਼ਾਰਾ ਜਿਹੜਾ ਹੈ ਪੰਜਾਂ ਸਾਜ਼ਾਂ ਦੇ ਵਿੱਚੋਂ ਉਹ ਗੁਰਬਾਣੀ ਦੇ ਸ਼ਬਦ ਵਿੱਚੋਂ ਮਿਲਦਾ ਹੈ। ਤੇ ਗੁਰਬਾਣੀ ਨੇ ਜਾਂ ਗੁਰਮਤਿ ਨੇ ਪੰਜ ਸ਼ਬਦ ਜਿਹੜੇ ਸੰਗੀਤਕ ਸ਼ਬਦ ਹਨ, ਇਹਨਾਂ ਦੇ ਵਿੱਚੋਂ ਪੈਦਾ ਹੋਣ ਵਾਲੀ ਉਸ ਆਵਾਜ਼ ਦਾ ਜ਼ਿਕਰ ਜਿਹੜਾ ਹੈ ਉਹ ਸਾਡੇ ਨਾਲ ਕੀਤਾ ਹੈ। ਤੇ ਜ਼ਿਕਰ ਕੀਤਾ ਹੈ ਉਹ ਸ਼ਬਦ, ਗੁਰੂ ਸ਼ਬਦ ਵਿੱਚੋਂ ਆਵਾਜ਼ ਜਿਹੜੀ ਹੈ ਉਹ ਪੈਦਾ ਹੁੰਦੀ ਹੈ। ਇੱਕ ਸ਼ਬਦ ਹੋਰ ਕਹਿ ਕੇ ਆਪਾਂ ਸਮਾਪਤੀ ਕਰਾਂਗੇ। ਇੱਕ ਸ਼ਬਦ ਦੀ ਵਿਚਾਰ ਥੋੜੀ ਜਿਹੀ ਹੋਰ ਕਰ ਲਈਏ। ਭਗਤ ਪੀਪਾ ਜੀ ਹਨ, ਪੀਪਾ ਜੀ ਦੇ ਜੀਵਨ ਨੂੰ ਵੱਖਰਾ ਕੇ ਕੀਤਾ ਗੱਲ ਕਰਾਂਗੇ। ਸਿਰਫ ਪੀਰ ਲਫ਼ਜ਼ ਹੈ ਜਿਹਦੀ ਵਿਚਾਰ ਕਰਾਂਗੇ, ਕਿਉਂਕਿ ਪੀਰ ਪਕੰਬਰ ਔਲੀਏ ਕੋ ਥਿਰ ਨਾ ਰਹਾਸੀ, ਇਹ ਦੱਖਣੇ ਮਾਰੂ ਦੱਖਣੇ ਵਿੱਚ ਇਹ ਲਿਖਿਆ ਹੋਇਆ ਮਿਲਦਾ ਹੈ। ਫਾਰਸੀ ਵਿੱਚ ਪੀਰ ਬ੍ਰਿਧ ਬਜ਼ੁਰਗ ਨੂੰ ਕਹਿੰਦੇ ਹਨ। ਬਜ਼ੁਰਗੀ ਦੇ ਭਾਵ ਲੈ ਕੇ ਹੀ ਇਸਲਾਮ ਵਿੱਚ ਮਜ਼ਹਬੀ ਅਗਵਾਈ ਕਰਨ ਵਾਲੇ ਧਰਮ ਆਚਾਰੀਆਂ ਨੂੰ ਪੀਰ ਕਿਹਾ ਜਾਂਦਾ ਹੈ। ਜਿਵੇਂ ਪੀਰ ਅਬਦੁਲ ਕਾਦਰ ਜਿਲਾਨੀ ਜਾਂ ਉੱਚ ਦਾ ਪੀਰ, ਇਹ ਵੀ ਮੰਨਿਆ ਜਾਂਦਾ ਹੈ ਕਿ ਕਿਸੇ ਦਰਵੇਸ਼ੀ ਸਿਲਸਿਲੇ ਨਾਲ ਸੰਬੰਧਿਤ ਹੋਵੇ, ਇਸ ਨੂੰ ਜੋਗ ਸਮਝ ਕੇ ਥਾਪਿਆ ਗਿਆ ਹੋਵੇ। ਪੀਰਾਂ ਦੇ ਬਚਨਾਂ ਵਿੱਚ ਵੀ ਸੱਤਿਆ ਮੰਨੀ ਗਈ ਹੈ ਤੇ ਮੁਸਲਮਾਨ ਇਹਨਾਂ ਦਾ ਸਤਿਕਾਰ ਬਹੁਤ ਕਰਦੇ ਹਨ। ਗੁਰੂ ਸਾਹਿਬ ਇੱਕ ਪ੍ਰਮਾਤਮਾ ਦੇ ਏਕਾਵਾਦੀ ਹੋਣ ਦੇ ਨਾਤੇ ਤੇ ਪੀਰ ਪੈਗੰਬਰਾਂ ਦੀ ਇੱਜ਼ਤ ਦੇ ਬਾਵਜੂਦ ਵੀ ਇਹਨਾਂ ਨੂੰ ਰੱਬ ਦਾ ਰੂਪ ਨਹੀਂ ਮੰਨਦੇ ਜਾਂ ਪਰਮੇਸ਼ਰ ਦਾ ਵਾਂਗੂ ਅਜ਼ਰ ਜਾਂ ਅਮਰ ਨਹੀਂ ਮੰਨਦੇ। ਇਸੇ ਲਈ ਲਿਖਿਆ ਪੀਰ ਪੈਗੰਬਰ ਔਲੀਏ ਕੋ ਥਿਰ ਨਾ ਰਹਾਸੀ, ਵੀ ਭਾਵੇਂ ਜਿੰਨੇ ਮਰਜ਼ੀ ਵੱਡੇ ਹੋਣ ਤੁਸੀਂ ਇਹਨਾਂ ਨੂੰ ਮਾਨਤਾ ਦਿੰਦੇ ਹੋ, ਲੇਕਿਨ ਇਹਨਾਂ ਨੇ ਵੀ ਸੰਸਾਰ ਤੋਂ ਇੱਕ ਦਿਨ ਚਲੇ ਜਾਣਾ ਹੈ। ਤਾਂ ਪੀਰ ਧਰਮ ਦੀ ਦੁਨੀਆ ਵਿੱਚ ਉੱਚੇ ਸਥਾਨ, ਉੱਚਾ ਦਰਜਾ ਰੱਖਦਾ ਹੈ, ਲੇਕਿਨ ਗੁਰੂ ਨਾਨਕ ਦੇ ਧਰਮ ਵਿੱਚ ਇਸ ਪੀਰ ਨੂੰ ਇਹ ਵੀ ਦੱਸਿਆ ਕਿ ਪੀਰ ਹਨ, ਸਰੀਰ ਕਿਸੇ ਦਾ ਵੀ ਥਿਰ ਨਹੀਂ ਰਹਿਣਾ, ਜੋ ਆਇਆ ਸੋ ਚਲਸੀ, ਸਭ ਕੋ ਆਈ ਵਾਰੀ ਹੈ। ਆਪੋ ਆਪਣੀ ਵਾਰੀ ਸਾਰਿਆਂ ਨੇ ਸੰਸਾਰ ਤੋਂ ਤੁਰਦੇ ਜਾਣਾ। ਇੱਥੇ ਹੀ ਅੱਜ ਦੀ ਆਪਾਂ ਸਮਾਪਤੀ ਕਰਦੇ ਹਾਂ। ਅੱਜ ਦੀ ਕਲਾਸ ਵਿੱਚ ਹੋਈਆਂ ਬੇਅੰਤ ਭੁੱਲਾਂ ਦੀ ਆਪ ਪਾਸੋਂ ਮਾਫੀ ਮੰਗ ਰਿਹਾ ਹਾਂ। ਪਿਆਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।